ਸਤਨਾਮ ਵਾਹਿਗੁਰੂ ਸਾਹਿਬ ਜੀਓ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਲੋਕ 44 ਔਰ 45 ਨੰਬਰ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹਨ, ਇਹਨਾਂ ਸ਼ਲੋਕਾਂ ਦੀ ਅੱਖਰੀ ਅਰਥ ਭਾਵ ਸਮਝਣ ਦਾ ਯਤਨ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰ ਰਹੇ ਹਨ ਕਿ ਜਿਸ ਪ੍ਰਾਣੀ ਦੇ ਮਨ ਵਿੱਚ, ਜਿਸ ਸਰੀਰ ਧਾਰੀ, ਜਿਸ ਨੂੰ ਮਨੁੱਖੀ ਤਨ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਇਹ ਸਰੀਰ ਪ੍ਰਾਪਤ ਕਰਨ ਵਾਲਾ ਸ਼ਖਸ ਪ੍ਰਾਣੀ ਜਿਹਦੇ ਅੰਦਰ ਭਗਤੀ ਕਰਨ ਦੀ ਸਮਰੱਥਾ ਹੈ, ਜੇ ਕੋਈ ਮਨੁੱਖ ਐਸੇ ਸੁੰਦਰ ਅਵਸਰ ਨੂੰ, ਮੌਕੇ ਨੂੰ ਰੱਬ ਦੀ ਇਬਾਦਤ ਤੋਂ ਵਾਂਝਾ ਰਹਿੰਦਾ ਹੈ, ਉਹ ਮਨੁੱਖ ਮਨੁੱਖੀ ਤਨ ਦੇ ਹੁੰਦਿਆਂ ਵੀ ਉਸ ਦਾ ਸਰੀਰ ਇਸ ਤਰ੍ਹਾਂ ਹੈ ਜਿਵੇਂ ਕਿ ਸਵਾਨ ਔਰ ਸੂਕਰ ਹਨ। ਸਵਾਨ ਦਾ ਅਰਥ ਹੈ ਕੁੱਤਾ, ਸੂਕਰ ਦਾ ਅਰਥ ਹੈ ਸੂਰ। ਜਿਸ ਪ੍ਰਾਣੀ ਦੇ ਮਨ ਵਿੱਚ ਭਗਤੀ ਨਹੀਂ, ਕਿਉਂਕਿ ਇਹ ਜੋ ਮਨੁੱਖੀ ਤਨ ਹੈ ਇਹਦੇ ਵਿੱਚ ਪਸ਼ੂਆਂ ਤੋਂ ਵੱਖਰਾਪਣ ਕੀ ਹੈ? ਹਨ ਤੇ ਉਹ ਵੀ ਜੀਵ, ਉਹਨਾਂ ਵਿੱਚ ਸਾਡੇ ਵਾਲੀਆਂ ਕਈ ਚੀਜ਼ਾਂ ਮੌਜੂਦ ਨੇ। ਜਿਵੇਂ ਅੱਖਾਂ ਉਹਨਾਂ ਕੋਲ ਨੇ, ਦ੍ਰਿਸ਼ਟੀ ਹੈ, ਵੇਖਦੇ ਨੇ। ਮੂੰਹ ਉਹਨਾਂ ਕੋਲ ਹੈ, ਖਾਂਦੇ ਨੇ। ਨਾਸਿਕਾ ਵੀ ਹੈ, ਸੁਣਨ ਦੀ ਸ਼ਕਤੀ ਵੀ ਉਹਨਾਂ ਕੋਲ ਹੈ। ਸਰੀਰ ਦੇ ਇੰਦਰੇ ਨੇ, ਜਨਨ ਪ੍ਰਕਿਰਿਆ ਉਹਨਾਂ ਦੀ ਵੀ ਹੈ। ਪਰ ਮਨੁੱਖੀ ਤਨ ਦੇ ਵਿੱਚ ਪਸ਼ੂ ਦੀਆਂ ਸਾਰੀਆਂ ਸੰਭਾਵਨਾਵਾਂ, ਪਸ਼ੂ ਦੀਆਂ ਸਾਰੀਆਂ ਹੀ ਬਿਰਤੀਆਂ ਮੌਜੂਦ ਨੇ। ਪਰ ਇਹਦੇ ਨਾਲ ਨਾਲ ਇੱਕ ਦਾਤ ਹੋਰ ਬਹੁਤ ਵੱਡੀ ਮਨੁੱਖੀ ਤਨ ਵਿੱਚ ਪਸ਼ੂਆਂ ਦੇ ਸਰੀਰ ਤੋਂ ਅਲੱਗ ਤੇ ਵੱਖਰੀ ਪਾਈ ਗਈ ਹੈ।
ਮੈਂ ਫਿਰ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਦੁਹਰਾ ਦਿਆਂ ਕਿ ਪਸ਼ੂ ਵਿੱਚ ਤੇ ਮਨੁੱਖ ਵਿੱਚ ਹੋਰ ਕੋਈ ਫਰਕ ਨਹੀਂ। ਪਸ਼ੂ ਵਿੱਚ ਸਿਰਫ ਭੋਗ ਪ੍ਰਵਿਰਤੀ ਹੈ, ਕਹਿ ਲਈ ਇੱਕੋ ਹੀ ਸ਼ਬਦ ਹੈ, ਭੋਗ ਪ੍ਰਵਿਰਤੀ। ਭੋਗ ਪ੍ਰਵਿਰਤੀ ਦਾ ਮਤਲਬ ਹੈ ਕੇਵਲ ਭੋਗਣਾ, ਕੇਵਲ ਪਦਾਰਥ ਦੀ ਵਰਤੋਂ ਕਰਨੀ। ਪਸ਼ੂਆਂ ਵਿੱਚ ਕੇਵਲ ਭੋਗ ਪ੍ਰਵਿਰਤੀ ਹੈ। ਪਰ ਸਾਡੇ ਤਨ ਦੇ ਵਿੱਚ ਪਰਮਾਤਮਾ ਨੇ ਦੋ ਚੀਜ਼ਾਂ ਇਕੱਠੀਆਂ ਪਾ ਦਿੱਤੀਆਂ। ਇਹ ਭੋਗ ਪ੍ਰਵਿਰਤੀ ਵੀ ਇਹਦੇ ਅੰਦਰ ਹੈ ਤੇ ਯੋਗ ਪ੍ਰਵਿਰਤੀ ਵੀ ਇਹਦੇ ਅੰਦਰ ਹੈ। ਇਹ ਭੋਗ ਵੀ ਕਰ ਸਕਦਾ, ਇਹ ਯੋਗ ਵੀ ਕਰ ਸਕਦਾ ਹੈ। ਭੋਗ ਦਾ ਅਰਥ ਹੈ ਪਦਾਰਥ ਨੂੰ ਭੋਗਣਾ, ਯੋਗ ਦਾ ਅਰਥ ਹੈ ਪਰਮਾਤਮਾ ਨਾਲ ਜੁੜਨਾ। ਪਸ਼ੂ ਦੇ ਅੰਦਰ ਯੋਗ ਨਹੀਂ ਹੈ, ਉਹਦੇ ਵਿੱਚ ਕੇਵਲ ਭੋਗ ਹੈ। ਉਹਨੂੰ ਯੋਗ ਦਾ ਪਤਾ ਹੀ ਨਹੀਂ। ਉਹਦੇ ਸਰੀਰ ਦੇ ਵਿੱਚ ਉਹ ਸਿਸਟਮ ਨਹੀਂ ਜਿਹਦੇ ਨਾਲ ਵਿਅਕਤੀ ਜੁੜ ਸਕੇ। ਬਾਕੀ ਸਾਰੀਆਂ ਦਾਤਾਂ ਪਸ਼ੂ ਦੇ ਸਰੀਰ ਅੰਦਰ ਹੈ। ਮਨ ਉਹਦੇ ਕੋਲ ਹੈ, ਮਨ ਬੰਦੇ ਕੋਲ ਹੈ, ਬਸ ਉਹਦੇ ਕੋਲ ਸੁਰਤ ਨਹੀਂ ਹੈ। ਸੁਰਤ ਸਿਰਫ ਮਨੁੱਖ ਕੋਲ ਹੈ। ਔਰ ਇਸ ਧਰਤੀ ਤੇ ਕੀ ਹੁੰਦਾ ਹੈ, ਸੁਰਤ ਬੜੀ ਕੀਮਤੀ ਚੀਜ਼ ਹੈ, ਬੇਸ਼ਕੀਮਤੀ ਹੈ। ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਨਿਰਮੋਲ ਕੋ ਕੌਡੀ ਲਗ ਮੀਕਾ, ਇਹ ਜੀਵਨ ਬਹੁਤ ਹੀ ਅਮੁੱਲ ਹੈ, ਇਸ ਦਾ ਕਿਤੇ ਮੁੱਲ ਨਹੀਂ। ਸਾਡੇ ਸਰੀਰ ਦੇ ਵਿੱਚ ਸਭ ਤੋਂ ਕੀਮਤੀ ਦਾਤ ਹੈ ਸੁਰਤ। ਸੁਰਤ ਉਹ ਹਾਲਾਤ ਹੈ ਜਿਹਦੇ ਨਾਲ ਵਿਅਕਤੀ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਸਕਦਾ ਹੈ। ਸੁਰਤ ਉਹ ਚੀਜ਼ ਹੈ, ਧਿਆਨ ਵਰਗੀ ਹੈ। ਪਰ ਕੀ ਹੁੰਦਾ ਹੈ, ਮਨੁੱਖ ਇਸ ਧਰਤੀ ਤੇ ਜਨਮ ਲੈ ਕੇ ਪਸ਼ੂਆਂ ਵਾਂਗ ਭੋਗੀ ਪ੍ਰਵਿਰਤੀ ਦੀ ਵਰਤੋਂ ਤੇ ਕਰ ਲੈਂਦਾ ਹੈ। ਪਰ ਉਹਦੇ ਅੰਦਰ ਜਿਹੜੀ ਸੁਰਤ ਹੈ, ਪਰਮਾਤਮਾ ਨਾਲ ਸ਼ਬਦ ਨਾਲ ਸਾਂਝ ਪਾਉਣ ਵਾਲੀ ਸ਼ਕਤੀ, ਉਹ ਇੱਕ ਤਰ੍ਹਾਂ ਨਾਲ ਉਸੇ ਤਰ੍ਹਾਂ ਬੰਦ ਪਈ ਰਹਿੰਦੀ ਹੈ। ਜਨਮ ਲੈਂਦਾ ਤੇ ਅੰਦਰ ਸੁੱਤੀ ਰਹਿੰਦੀ ਹੈ ਉਹ ਸੁਰਤ ਮਤ, ਤੇ ਸਾਰਾ ਜੀਵਨ ਉਹਦੀ ਵਰਤੋਂ ਨਹੀਂ ਕਰਦਾ ਤੇ ਮਰਨ ਲੱਗਿਆਂ ਉਸੇ ਤਰ੍ਹਾਂ ਵਾਪਸ ਚਲਾ ਜਾਂਦਾ ਹੈ। ਇੱਕ ਬੜੇ ਵੱਡੇ ਖਜ਼ਾਨੇ ਤੋਂ ਵਾਂਝਾ ਰਹਿ ਗਿਆ, ਇੱਕ ਬੜੀ ਵੱਡੀ ਸੰਭਾਵਨਾ ਤੋਂ ਹੀਣ ਹੋ ਗਿਆ। ਨਾਮ ਦਾ ਖਜ਼ਾਨਾ, ਭਗਤੀ ਦਾ ਖਜ਼ਾਨਾ, ਪਰਮਾਤਮਾ ਦੀ ਯਾਦ, ਆਨੰਦ ਦੇ ਭੰਡਾਰ ਉਸ ਸੁਰਤ ਨਾਲ ਕਮਾਏ ਜਾ ਸਕਦੇ ਸਨ, ਉਹਦੇ ਨਾਲ ਇਕੱਠੇ ਕੀਤੇ ਜਾ ਸਕਦੇ ਸਨ। ਪਰ ਜਿੰਨਾ ਚਿਰ ਇਹਨੇ ਗੁਰੂ ਦੀ ਸਿੱਖਿਆ ਨੂੰ ਸਰਵਣ ਨਾ ਕੀਤਾ, ਗੁਰੂ ਦੀ ਸਿੱਖਿਆ ਨੂੰ ਸੁਣਿਆ ਨਾ, ਤੇ ਇੰਨੀ ਕੀਮਤੀ ਸੁਰਤ ਤੇ ਮਤ ਇਹਦੇ ਜੀਵਨ ਦੇ ਵਿੱਚ ਪਈ ਪੁਆਈ ਰਹਿ ਗਈ, ਉਹਦੀ ਵਰਤੋਂ ਨਹੀਂ ਕੀਤੀ। ਐਸਾ ਮਨੁੱਖ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸ਼ੂਕਰ ਔਰ ਕੂਕਰ ਵਰਗਾ ਹੈ, ਉਹਦੇ ਵਿੱਚ ਪ੍ਰਵਿਰਤੀਆਂ ਪ੍ਰਧਾਨ ਰਹਿਣਗੀਆਂ। ਇਸ ਸੁਰਤ ਦੇ ਨਾ ਜਾਗਣ ਕਰਕੇ ਪਸ਼ੂਆਂ ਤੋਂ ਵੀ ਨੀਵਾਂ ਚਲਾ ਗਿਆ। ਗੁਰਬਾਣੀ ਦੇ ਅੰਦਰ ਕਈ ਥਾਵਾਂ ਤੇ ਮਨੁੱਖ ਨੂੰ ਪਸ਼ੂਆਂ ਦੇ ਨਾਲ ਤੁਲਨਾ ਦੇ ਕੇ ਇਸ ਦੀ ਸੁੱਤੀ ਹੋਈ ਧਿਆਨ ਬਿਰਤੀ ਨੂੰ, ਸੁਰਤੀ ਨੂੰ ਜਗਾਉਣ ਦਾ ਯਤਨ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ ਹੈ। ਸਾਹਿਬ ਕਹਿੰਦੇ ਨੇ, ਵੇਖ ਤੇਰੇ ਤੋਂ ਪਸ਼ੂ ਕਿੰਨੇ ਚੰਗੇ, ਜੇ ਤੂੰ ਨਾਮ ਤੋਂ ਹੀਣ ਹੈ, ਨਾਮ ਤੋਂ ਖਾਲੀ ਹੈ, ਤੇ ਉਹਨਾਂ ਪਸ਼ੂਆਂ ਤੋਂ ਵੀ ਨਿਵਾਣ ਜੀਵਨ ਤੇਰੇ ਕੋਲ ਆ ਗਿਆ, ਉਹਦੇ ਤੋਂ ਵੀ ਨੀਵਾਂ ਚਲਾ ਗਿਆ। ਕਬੀਰ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਨੇ ਪਸ਼ੂ ਦੀ ਮੌਤ ਹੋਵੇ, ਉਹਦੇ ਸਰੀਰ ਦੀ ਹਰ ਇੱਕ ਚੀਜ਼ ਕੰਮ ਆਉਂਦੀ ਹੈ, ਕਿਸੇ ਕੰਮ ਵਿੱਚ, ਕਿਸੇ ਲੇਖੇ ਵਿੱਚ ਪੈ ਜਾਂਦਾ ਹੈ। ਪਰ ਨਾਮਹੀਨ ਵਿਅਕਤੀ ਜਦੋਂ ਮੌਤ ਦਾ ਸ਼ਿਕਾਰ ਬਣਦਾ ਹੈ, ਸਰੀਰ ਨੂੰ ਤਿਆਗਦਾ ਹੈ, ਤੇ ਇਹਨੇ ਉਸ ਸਰੀਰ ਨੇ ਸਵਾਰਨਾ ਕੀ ਸੀ, ਇਹ ਤੇ ਸਰੀਰ ਪਰਤ ਕੇ ਹੋਰ ਇਸ ਧਰਤੀ ਤੇ ਕਈ ਚੀਜ਼ਾਂ ਨੂੰ ਸਾੜ ਕੇ ਨਾਲ ਸੁਆਹ ਕਰ ਦਿੰਦਾ ਹੈ। ਪਸ਼ੂ ਦਾ ਸਰੀਰ ਮਰਨ ਤੋਂ ਬਾਅਦ ਵੀ ਕਈ ਕਾਰਜ ਸਵਾਰਦਾ ਹੈ। ਕਬੀਰ ਜੀ ਦਾ ਸ਼ਬਦ ਹੈ ਕਿ ਨਰੂ ਮਰੈ ਨਰ ਕਾਮ ਨਾ ਆਵੈ। ਨਰ ਦਾ, ਮਨੁੱਖ ਦਾ ਸਰੀਰ ਮਰ ਜਾਏ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰੈ 10 ਕਾਜ ਸਵਾਰੈ। ਪਸ਼ੂ ਦੀ ਮੌਤ ਹੋਵੇ ਤੇ ਕਈ ਕਾਰਜ, ਉਹਦੀ ਖੱਲ ਕੰਮ ਆ ਜਾਏਗੀ, ਉਹਦੀਆਂ ਹੱਡੀਆਂ ਕੰਮ ਆਉਣਗੀਆਂ। ਫਿਰ ਜੇ ਉਹ ਕਿਸੇ ਵੀ ਕੰਮ ਨਾ ਆਵੇ ਤਾਂ ਉਹਦੇ ਸਰੀਰ ਦਾ ਮਾਸ, ਕਈ ਜੀਵਾਂ ਦਾ ਪੇਟ ਭਰੇਗਾ, ਉਸ ਦਾ ਮਾਸ ਖਾ ਕੇ ਉਹਨਾਂ ਨੂੰ ਆਹਾਰ ਮਿਲ ਜਾਏਗਾ। ਪਰ ਮਨੁੱਖੀ ਤਨ ਉਹ ਵੀ ਕੰਮ ਨਹੀਂ ਆਉਂਦਾ। ਪਰ ਇਹਦੇ ਵਿੱਚ
ਇੱਕ ਹੋਰ ਬੜੀ ਵੱਡੀ ਦਾਤ, ਜੇ ਇਹਨੇ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਇਕੱਠਾ ਕਰ ਲਿਆ, ਫਿਰ ਇਹ ਸਰੀਰ ਦੇਵਤਿਆਂ ਤੋਂ ਵੀ ਉੱਪਰ ਚਲਾ ਗਿਆ। ਇਸ ਕਰਕੇ ਕਹਿ ਰਹੇ ਨੇ ਕਿ ਭਗਤੀ ਦਾ ਖਜ਼ਾਨਾ ਤੇਰੇ ਮਨ ਵਿੱਚ ਇਕੱਠਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਭਗਤੀ ਇੱਕ ਖਜ਼ਾਨਾ ਹੈ, ਬੰਦਗੀ ਇੱਕ ਅਦ੍ਰਿਸ਼ ਖਜ਼ਾਨਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਹਰੋਂ ਲੱਗਦਾ ਸਿਰਫ ਕਿਰਿਆ ਕਿ ਸ਼ਬਦ ਉਚਾਰੇ ਜਾ ਰਹੇ ਨੇ, ਪਰ ਜਦੋਂ ਅਸੀਂ ਮਨ ਉਸ ਸ਼ਬਦ ਵਿੱਚ ਲਾ ਕੇ ਰੱਖਦੇ ਹਾਂ, ਤਾਂ ਉਸ ਸ਼ਬਦ ਨੂੰ ਜਦੋਂ ਉਚਾਰਿਆ ਸੀ ਗੁਰੂ ਸਾਹਿਬ ਨੇ, ਗੁਰਬਾਣੀ ਨੂੰ ਜਿਵੇਂ ਉਦਾਹਰਨ ਦੇ ਤੌਰ 'ਤੇ ਆਪਾਂ ਜਪਜੀ ਸਾਹਿਬ ਦੀ ਬਾਣੀ ਹੈ, ਗੁਰਸਿੱਖ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਹੈ, ਅੱਖਰ ਇਹਦੇ ਵਿੱਚ ਉਹ ਹੀ ਨੇ ਸੰਸਾਰੀ, ਜਿਹੜੀਆਂ ਆਪਾਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਲਾਂ ਕਰਨੇ ਆ ਇੱਕ ਦੂਜੇ ਨਾਲ, ਕਈ ਵਾਰੀ ਬੋਲ ਕਬੋਲ ਵੀ ਬੋਲਨੇ ਆ, ਮਾੜਾ ਵੀ ਕੌੜਾ ਵੀ ਚੰਗਾ ਵੀ, ਕਈ ਤਰ੍ਹਾਂ ਦੀ ਭਾਸ਼ਾ ਵਰਤੀ ਜਾਂਦੀ ਹੈ। ਉਸ ਭਾਸ਼ਾ ਦੇ ਵਿੱਚ ਜਿਹੜੇ ਅੱਖਰ ਵਰਤੇ ਜਾਂਦੇ ਨੇ, ਸਾਧ ਸੰਗਤ ਅੱਖਰ ਤੇ ਉਹ ਹੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖੇ ਹੋਏ ਨੇ। ਪੰਜਾਬੀ ਵਰਤਾਂਗੇ, ਭਾਵੇਂ ਕਿਸੇ ਨੂੰ ਇੱਕ ਆਦਮੀ ਦੂਸਰੇ ਨੂੰ ਗਾਲੀ ਗਲੋਚ ਕਰਦਾ ਤੇ ਗਾਲਾਂ ਕਾਹਦੇ ਵਿੱਚ ਕੱਢਾਂਗੇ, ਭਾਸ਼ਾ ਅੱਖਰ ਕਿਹੜੇ ਨੇ? ਅੱਖਰ ਤੇ ਉਹ ਹੀ ਹੋਣਗੇ ਜਿਹਦੇ ਵਿੱਚ ਬਾਣੀ ਲਿਖੀ, ਪੰਜਾਬੀ ਬੋਲਾਂਗੇ। ਪਰ ਇਸ ਬਾਣੀ ਵਿੱਚ ਤੇ ਆਮ ਭਾਸ਼ਾ ਦੇ ਵਿੱਚ ਬਹੁਤ ਵੱਡਾ ਫਰਕ, ਅੱਖਰ ਉਹ ਹੀ, ਤਾਸੀਰ ਬਦਲ ਗਈ, ਫਰਕ ਪੈ ਗਿਆ। ਅੱਖਰ ਸ਼ਬਦ ਮਨੁੱਖ ਦੇ ਮਨ 'ਤੇ ਪ੍ਰਭਾਵ ਪਾਉਂਦਾ ਹੈ। ਇਸ ਕਰਕੇ ਸਤਿਗੁਰੂ ਨੇ ਹੁਕਮ ਦਿੱਤਾ ਹੈ, ਕਹਿਣ ਲੱਗੇ ਜੇ ਰੱਬ ਨਾਲ ਸਾਂਝ ਪਾਉਣੀ ਏ, ਉੱਥੇ ਵੀ ਅੱਖਰ ਵਰਤੋਂ ਵਿੱਚ ਆਏਗਾ, ਜੇ ਸੰਸਾਰ ਨਾਲ ਸਾਂਝ ਪਾਉਣੀ ਹੈ ਤੇ ਉੱਥੇ ਵੀ ਅੱਖਰਾਂ ਦੀ ਵਰਤੋਂ ਹੈ। ਅੱਖਰ ਇੱਕ ਐਸੀ ਚੀਜ਼ ਹੈ, ਜਿਵੇਂ ਦਾ ਸਰੂਪ ਉਹਨੂੰ ਦਿਆਂਗੇ, ਉਹ ਉਵੇਂ ਦੀ ਤਸਵੀਰ ਬੰਦੇ ਦੇ ਮਨ ਵਿੱਚ ਆ ਜਾਏਗੀ, ਜਿਵੇਂ ਦਾ ਰੂਪ ਹੈ। ਹੁਣ ਗੁਰਬਾਣੀ ਜਦੋਂ ਅਸੀਂ ਪੜ੍ਹਾਂਗੇ, ਭਗਤੀ ਕੀ ਹੈ, ਮੈਂ ਇਹਦੇ ਉੱਤੇ ਬੇਨਤੀ ਕਰਾਂ, ਕਿਉਂਕਿ ਅਸੀਂ ਵਾਰ-ਵਾਰ ਕਹਿੰਦੇ ਹਾਂ ਭਗਤੀ ਕਰੋ, ਬੰਦਗੀ ਕਰੋ, ਨਾਮ ਜਪੋ, ਸਿਮਰਨ ਕਰੋ। ਕਈ ਵਾਰੀ ਕਿਸੇ ਚੀਜ਼ ਦਾ ਪਤਾ ਨਾ ਹੋਣ ਕਰਕੇ ਆਦਮੀ ਉਹਨੂੰ ਕਰੀ ਜਾਂਦਾ, ਪਰ ਜਦੋਂ ਉਹਨੂੰ ਸਮਝ ਨਾ ਹੋਣ ਕਰਕੇ ਉਹ ਕਈ ਵਾਰੀ ਆਪਣਾ ਸਮਾਂ ਵੀ ਲਾ ਦਿੰਦਾ ਹੈ, ਸ਼ਕਤੀ ਵੀ ਲਾ ਦਿੰਦਾ ਹੈ, ਪਰ ਪੂਰੀ ਤਰ੍ਹਾਂ ਨਾ ਪਤਾ ਹੋਣ ਕਰਕੇ ਉਸ ਨੂੰ ਠੀਕ ਤਰ੍ਹਾਂ ਨਾਲ ਕਰਦਾ ਨਹੀਂ, ਇਸ ਕਰਕੇ ਲਾਭ ਨਹੀਂ ਪ੍ਰਾਪਤ ਹੁੰਦਾ। ਤਾਂ ਸਤਿਗੁਰੂ ਇੱਥੇ ਬਚਨ ਕਰ ਰਹੇ ਨੇ, ਭਗਤੀ ਕੀ ਹੈ। ਜਦੋਂ ਆਪਾਂ ਬਾਣੀ ਪੜ੍ਹਾਂਗੇ, ਜਪਜੀ ਸਾਹਿਬ ਦੀ ਉਦਾਹਰਨ ਲੈਂਦੇ ਹਾਂ। ਜਪਜੀ ਸਾਹਿਬ ਅੱਜ ਤੋਂ 400-500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਰਸਨਾ ਤੋਂ ਉਚਾਰੀ ਗਈ ਸੀ, ਤੇ ਜਦੋਂ ਇਹ ਬਾਣੀ ਉਚਾਰੀ ਗਈ ਸਾਰੀ, ਇਹ ਬਾਣੀ ਉਸ ਵੇਲੇ ਉਚਾਰੀ ਗਈ। ਵੈਸੇ ਤੇ ਗੁਰੂ ਸਾਹਿਬ ਸਦਾ ਹੀ ਪਰਮਾਤਮਾ ਦੇ ਰੰਗ ਵਿੱਚ ਰਹਿੰਦੇ ਸਨ, ਕੋਈ ਇਸ ਤਰ੍ਹਾਂ ਦਾ ਵਕਤ ਨਹੀਂ ਸੀ ਵੀ ਉਹਨਾਂ ਦਾ ਮਨ ਕਿਤੇ ਰੱਬ ਦੀ ਯਾਦ ਵਿੱਚੋਂ ਦੂਰ ਚਲਾ ਗਿਆ ਹੋਵੇ। ਨਿਰੰਤਰ ਉਹ ਉਹਦਾ ਰੂਪ ਹੀ ਸਨ, ਪਰ ਕੁਝ ਵਕਤ ਐਸਾ ਹੁੰਦਾ ਸੀ ਜਿਸ ਵੇਲੇ ਬਿਲਕੁਲ ਉਹਨਾਂ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾ ਜਾਂਦਾ ਸੀ, ਤੇ ਇੰਜ ਪ੍ਰਤੀਤ ਹੋਣ ਲੱਗ ਪੈਂਦਾ ਸੀ ਕਿ ਮੈਂ ਬਿਲਕੁਲ ਨਹੀਂ, ਪਰਮਾਤਮਾ ਹੀ ਮੇਰੇ ਸਰੀਰ ਵਿੱਚ ਵਹਿ ਰਿਹਾ ਹੈ। ਉਸ ਘੜੀ ਦੇ ਵਿੱਚ ਜਿਹੜੇ ਸ਼ਬਦ ਉਹਨਾਂ ਦੀ ਰਸਨਾ ਵਿੱਚੋਂ ਨਿਕਲਦੇ ਸਨ, ਉਹ ਬਾਣੀ ਦਾ ਰੂਪ ਧਾਰਨ ਕਰ ਜਾਂਦੇ ਸਨ। ਉਹ ਫਿਰ ਬਾਅਦ ਵਿੱਚ ਲਿਖਤ ਵਿੱਚ ਸ਼ਬਦ ਆ ਜਾਂਦੇ ਸਨ, ਲਿਖਤ ਦੇ ਅੰਦਰ ਆਉਂਦੇ ਸਨ। ਹੁਣ ਉਹ ਬਾਣੀ ਲਿਖੀ ਗਈ। ਫਿਰ ਗੁਰੂ ਸਾਹਿਬ ਨੇ ਬਹੁਤ ਹੀ ਇੱਕ ਪਰਉਪਕਾਰ ਕੀਤਾ, ਕਿਉਂਕਿ ਸਰੀਰ ਤੇ ਅੱਜ ਤੋਂ 500 ਸਾਲ ਪਹਿਲਾਂ ਸੀ। ਅੱਜ ਅਸੀਂ ਉਹਦੇ ਤੋਂ ਲਾਭ ਨਹੀਂ ਸੀ ਲੈ ਸਕਦੇ, ਉਸ ਵਕਤ ਦੇ ਵਿਅਕਤੀ ਲੈ ਸਕਦੇ ਸਨ। ਤਾਂ ਸਤਿਗੁਰਾਂ ਨੇ ਇੱਕ ਬਹੁਤ ਭਾਰਾ ਵਿਗਿਆਨ ਵਰਤਿਆ ਹੈ ਕਿ ਉਹਨਾਂ ਦੀ ਰਸਨਾ ਤੋਂ ਜਿਹੜੇ ਡੂੰਘੇ ਸ਼ਬਦ ਪਰਮਾਤਮਾ ਦੇ ਦਰ ਦੇ ਨਾਲ ਖਹਿ ਕੇ ਉਹਨਾਂ ਦੀ ਰਸਨਾ ਤੋਂ ਨਿਕਲੇ, ਉਹਨਾਂ ਸ਼ਬਦਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀ ਜਿਸ ਦੇਹ ਵਿੱਚੋਂ ਅੱਜ ਸ਼ਬਦ ਨਿਕਲੇ ਨੇ, ਇਹ ਦੇਹ ਅੱਜ ਹੈ, 100 ਸਾਲ ਨੂੰ ਅਗਲੇ ਆਉਣ ਵਾਲੇ ਲੋਕਾਂ ਦੇ ਕੰਮ ਇਹ ਦੇਹ ਨਹੀਂ ਆਉਣੀ। ਇਹ ਸ਼ਬਦ ਕਿਉਂਕਿ ਮੈਂ ਉਚਾਰ ਦਿੱਤੇ ਨੇ, ਉਹਨਾਂ ਦੇ ਕੰਮ ਕਿਵੇਂ ਆਉਣਗੇ? ਜਿਹੜੇ 200 400 500 1000 ਸਾਲ ਅੱਗੇ ਆਉਣਗੇ। ਇਹ ਸ਼ਬਦ ਜਿਹੜੇ ਪਰਮਾਤਮਾ ਦੇ ਦਰ ਨਾਲ ਖਹਿ ਕੇ ਆਏ, ਇਹਨਾਂ ਨੂੰ ਮੈਂ ਦੂਜਿਆਂ ਦੇ ਕੰਮ ਕਿਵੇਂ ਲਾਵਾਂ?
ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ ਉਹਨਾਂ ਦੇ ਕੰਮ ਕਿਵੇਂ ਆਏਗਾ। ਤੇ ਸਤਿਗੁਰਾਂ ਨੇ ਇੱਕ ਉਪਕਾਰ ਕੀਤਾ, ਇੱਕ ਕਿਰਪਾ ਕੀਤੀ। ਇਸ 5 ਭੌਤਿਕ ਸਰੀਰ ਵਿੱਚੋਂ ਬਾਣੀ ਨਿਕਲੀ ਸੀ ਤੇ ਸਤਿਗੁਰੂ ਨੇ ਉਹਨਾਂ ਸ਼ਬਦਾਂ ਨੂੰ ਇੱਕ ਨਵੀਂ ਦੇਹ ਵਿੱਚ ਪਾ ਦਿੱਤਾ, ਨਵੇਂ ਸਰੀਰ ਵਿੱਚ ਪਾ ਦਿੱਤਾ। ਉਹ ਸਰੀਰ ਕਿਹੜਾ ਸੀ? ਉਹ ਸਰੀਰ ਸੀ ਪੰਜਾਬੀ ਦੀ ਲਿਪੀ, ਜਿਹਦੇ ਵਿੱਚ ਬਾਣੀ ਲਿਖੀ ਗਈ। ਅੱਖਰਾਂ ਵਿੱਚ ਪਾ ਦਿੱਤਾ, ਉਸ ਸ਼ਬਦ ਨੂੰ ਅੱਖਰ ਵਿੱਚ ਪਾ ਦਿੱਤਾ ਗਿਆ। ਮੈਂ ਬੰਦਗੀ ਦੀ, ਭਗਤੀ ਦੀ ਗੱਲ ਸਿਰਫ ਸਾਂਝੀ ਕਰਨੀ ਚਾਹੁੰਦਾ। ਭਗਤੀ ਕੀ ਹੈ? ਹੁਣ ਉਹ ਜਿਹੜਾ ਸ਼ਬਦ ਸੀ ਇਸ ਬਾਣੀ ਦੇ ਵਿੱਚ ਮੌਜੂਦ ਹੈ, ਉਹ ਵਕਤ ਵੀ ਉਸੇ ਤਰ੍ਹਾਂ ਮੌਜੂਦ ਹੈ। ਹੁਣ ਸਿੱਖ ਜਦੋਂ ਬਾਣੀ ਪੜ੍ਹਦਾ, ਮਨ ਲਾ ਕੇ ਪੜ੍ਹਦਾ ਹੈ, ਪ੍ਰੇਮ ਨਾਲ ਪੜ੍ਹਦਾ ਹੈ, ਆਨੰਦ ਵਿੱਚ ਆ ਕੇ ਪੜ੍ਹਦਾ ਹੈ, ਤੇ ਉਸ ਵੇਲੇ ਇਸ ਸ਼ਬਦ ਦੀ ਉਹ ਤਸੀਰ, ਜੇ ਉਹਦਾ ਮਨ ਤਿਆਰ ਹੋਵੇ ਤੇ ਇਹ ਬਾਣੀ ਉਸ ਪਾਠ ਕਰਨ ਵਾਲੇ ਨੂੰ ਜਾਂ ਕੀਰਤਨ ਕਰਨ ਸੁਣਨ ਵਾਲੇ ਨੂੰ ਉਸ ਦਸ਼ਾ ਵੱਲ ਖਿੱਚਦੀ ਏ ਜਿਹਦੇ ਵਿੱਚ ਇਹ, ਜਿਸ ਦਸ਼ਾ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਣੀ ਉਚਾਰੀ ਸੀ। ਪਾਠ ਉਸ ਪਾਸੇ ਖਿੱਚੇਗਾ, ਉਸ ਖਿੱਚ ਕੇ ਲੈ ਕੇ ਜਾਏਗਾ। ਉਹ ਤਸੀਰ ਸ਼ਬਦਾਂ ਦੀ ਸਾਡੇ ਸਰੀਰ ਤੇ, ਸਾਡੀ ਰਸਨਾ ਤੇ, ਸਾਡੀਆਂ ਅੱਖਾਂ ਤੇ, ਸਾਡੇ ਆਲੇ ਦੁਆਲੇ ਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦੇਗਾ। ਜੇ ਇਹ ਅਭਿਆਸ ਨਿਰੰਤਰ ਬਾਣੀ ਦਾ ਸਿੱਖ ਕਰੀ ਜਾਂਦਾ ਹੈ ਤੇ ਇੱਕ ਦਿਨ ਉਹਨੂੰ ਇਸ ਤਰ੍ਹਾਂ ਭਾਸਣ ਲੱਗ ਪੈਂਦਾ ਹੈ ਕਿ ਮੇਰਾ ਤੇ ਸਿਰਫ ਸਰੀਰ ਹੈ। ਦਸ਼ਾ ਤੇ ਉਹ ਹੀ ਆ ਗਈ ਜਪਜੀ ਸਾਹਿਬ ਪੜ੍ਹਦਿਆਂ, ਜਿਹੜੀ 500 ਸਾਲ ਪਹਿਲਾਂ ਇਹ ਜਪਜੀ ਉਚਾਰਨ ਲੱਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਅਵਸਥਾ ਸੀ। ਇਹ ਜੋੜ ਲਾਉਣ ਦਾ ਇੱਕ ਬਹੁਤ ਹੀ ਵੱਡਾ ਤਰੀਕਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤਾ। ਇਸ ਕਰਕੇ ਭਗਤੀ ਦਾ ਤਰੀਕਾ ਹੈ ਸ਼ਬਦ ਦਾ ਉਚਾਰਨ ਕਰਨਾ ਤੇ ਉਸ ਸ਼ਬਦ ਨੂੰ ਪ੍ਰੇਮ ਦੇ ਨਾਲ ਆਪਣੇ ਮਨ ਨਾਲ ਸੁਣਨਾ। ਜਦੋਂ ਮਨ ਨਾਲ ਸੁਣਾਂਗੇ ਤੇ ਮਨ ਦੇ ਅੰਦਰ ਉਹਨਾਂ ਸ਼ਬਦਾਂ ਦਾ ਇੱਕ ਅਦ੍ਰਿਸ਼ਟ ਖਜ਼ਾਨਾ, ਇੱਕ ਤਸੀਰ, ਇੱਕ ਅਸਰ ਮਨ ਦੇ ਵਿੱਚ ਸਿੰਜਣਾ ਸ਼ੁਰੂ ਹੋ ਜਾਏਗਾ, ਮਨ ਦੇ ਅੰਦਰ ਟਿਕਣਾ ਸ਼ੁਰੂ ਹੋ ਜਾਏਗਾ। ਤੇ ਉਹਨੂੰ ਫਿਰ ਸਹਿਜੇ ਸਹਿਜੇ ਜਿਉਂ-ਜਿਉਂ ਉਹ ਖਜ਼ਾਨਾ ਵੱਧਦਾ ਜਾਏਗਾ, ਇੱਕ ਸਮਾਂ ਐਸਾ ਆ ਜਾਂਦਾ ਹੈ ਕਿ ਸਿੱਖ ਦੇ ਅੰਦਰ ਉਸ ਸ਼ਬਦ ਦਾ ਧੁਰਾ ਬਣ ਜਾਂਦਾ ਹੈ, ਇੱਕ ਥਾਂ ਬਣ ਜਾਂਦੀ ਹੈ, ਇੱਕ ਖਜ਼ਾਨਾ। ਤੇ ਉਸ ਖਜ਼ਾਨੇ ਦੇ ਆਲੇ ਦੁਆਲੇ ਫਿਰ ਸਿੱਖ ਦੀ ਸੁਰਤ ਘੁੰਮਣ ਲੱਗ ਪੈਂਦੀ ਹੈ। ਉਹਨੂੰ ਕਹਿੰਦੇ ਨੇ ਹੁਣ ਪਰਮਾਤਮਾ ਆਪ ਵਿੱਚ ਖੜਾ ਹੋ ਗਿਆ ਤੇ ਹੁਣ ਗੁਰਸਿੱਖ ਨੂੰ ਭਗਤੀ ਕਰਾ ਰਿਹਾ ਹੈ। ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ, ਏਕ ਭਗਤ ਭਗਵਾਨ। ਇੱਕ ਭਗਵਾਨ ਪਰਮਾਤਮਾ ਦੀ ਭਗਤੀ, ਪਰਮਾਤਮਾ ਦੀ ਬੰਦਗੀ, ਉਸ ਨੂੰ ਕੀਤਾ ਹੋਇਆ ਇਸ਼ਕ ਤੇ ਪ੍ਰੇਮ, ਇੱਕੋ ਹੀ ਪਰਮਾਤਮਾ, ਦੂਜਾ ਨਹੀਂ, ਏਕ ਸ਼ਬਦ ਹੈ। ਇੱਥੇ ਧਿਆਨ ਦੇਣਾ, ਗੁਰੂ ਸਾਹਿਬ ਨੇ ਇੱਕ ਸ਼ਬਦ ਬੜੀ ਵਾਰੀ ਵਰਤਿਆ ਹੈ। ਜਿੱਥੇ ਸਤਿਗੁਰ ਪ੍ਰਸਾਦ ਲਿਖਿਆ, ਜਿੱਥੇ ਓੰਕਾਰ ਲਿਖਿਆ, ਉਹਦੇ ਅੱਗੇ ਇੱਕ ਪਾਇਆ। ਉਸ ਇੱਕ ਦਾ ਮਤਲਬ ਸੀ ਕਿ ਗੁਰਸਿੱਖ ਨੇ ਇੱਕ ਨਾਲ ਜੁੜਨਾ ਹੈ, ਇੱਕ ਨਾਲ ਸਾਂਝ ਪਾਉਣੀ ਹੈ। ਉਸ ਇੱਕ ਦੀ ਬੰਦਗੀ ਜਿਸ ਮਨੁੱਖ ਦੇ ਮਨ ਵਿੱਚ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਏਕ ਭਗਤ ਭਗਵਾਨ, ਜਿਹੇ ਪ੍ਰਾਨੀ ਕੈ ਨਾਹੇ ਮਨ। ਜਿਸ ਪ੍ਰਾਨੀ ਦੇ ਮਨ ਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ, ਉਹਦਾ ਮਨ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਨਾਲ ਆਪਣੇ ਆਪ ਭਰਿਆ ਜਾਏਗਾ। ਇਹ ਇੱਕ ਸਿਧਾਂਤ ਹੈ ਕਿ ਮਨ ਵਿੱਚ ਜੇ ਬੰਦਗੀ ਨਹੀਂ, ਉਹਦੇ ਵਿੱਚ ਬਾਕੀ ਚੀਜ਼ਾਂ ਪਾਉਣ ਦੀ ਲੋੜ ਨਹੀਂ। ਮਨ ਇੱਕ ਚੁੰਬਕ ਦੀ ਤਰ੍ਹਾਂ ਹੈ। ਮਨ ਚੁੰਬਕ ਦੀ ਤਰ੍ਹਾਂ, ਉਹਨੇ ਆਲੇ ਦੁਆਲੇ ਨੂੰ ਆਪੇ ਹੀ ਖਿੱਚਣਾ, ਆਪਣੇ ਵਿੱਚ ਲਿਆਏਗਾ। ਤੇ ਜਿਸ ਮਨ ਵਿੱਚ ਭਗਤੀ ਹੋਵੇਗੀ ਉਹ ਸੰਸਾਰ ਵਿੱਚ ਰਹੇਗਾ, ਪਰ ਇੱਥੇ ਸੰਸਾਰ ਦੇ ਵਿੱਚ ਆਲੇ ਦੁਆਲੇ ਉਹ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਖਤਰਨਾਕ ਨੇ, ਸਾਨੂੰ ਰੋਗੀ ਕਰਦੀਆਂ ਨੇ, ਉਹ ਵਿਚਾਰ ਜਿਹੜੇ ਸਾਨੂੰ ਡਿਸਟਰਬ ਕਰਦੇ ਨੇ, ਪਰੇਸ਼ਾਨ ਕਰਦੇ ਨੇ, ਉਹ ਵਿਚਾਰ ਆਪਣੇ ਆਪ ਰੁਕਣੇ ਸ਼ੁਰੂ ਹੋ ਜਾਣਗੇ। ਬਸ ਅੰਦਰ ਭਗਤੀ ਭਰੀ ਗਈ, ਅੰਦਰ ਮਨ ਦੇ ਵਿੱਚ ਬੰਦਗੀ ਆ ਗਈ, ਉਹਦੀ ਤਸਵੀਰ ਬਣ ਗਈ। ਤੇ ਜਦੋਂ ਉਹਦੀ ਤਸਵੀਰ ਅੰਦਰ ਟਿਕ ਗਈ ਤੇ ਸਾਧ ਸੰਗਤ ਉਸੇ ਵੇਲੇ ਬਾਹਰ ਦਾ ਜਿਹੜਾ ਸੰਸਾਰ ਸੀ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਇਹ ਹੈ ਉਸ ਬੰਦਗੀ ਦਾ ਲਾਭ ਕਿ ਅੰਦਰ ਮਨ ਦੇ ਵਿੱਚ ਆਲਾ ਦੁਆਲਾ ਜਿਹੜਾ ਉਹਦੇ ਤੋਂ ਨਾਮ ਸਿਕਿਉਰਿਟੀ ਦੇ ਦਿੰਦਾ ਹੈ।
ਅੰਦਰ ਕਿਸੇ ਨੂੰ ਇੰਟਰ ਨਹੀਂ ਕਰਨ ਦਿੰਦਾ। ਲੋੜ ਪੈਣ 'ਤੇ, ਜਿਵੇਂ ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਉਹ ਮਨੁੱਖ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਉਹ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਹਨ ਉਹਨਾਂ ਨੂੰ ਆਉਣ ਕਰ ਲੈਂਦਾ ਹੈ, ਉਹਨਾਂ ਨੂੰ ਵਰਤ ਲੈਂਦਾ ਸੰਸਾਰ ਦੇ ਵਿੱਚ, ਅਤੇ ਬਾਕੀ ਚੀਜ਼ਾਂ ਉਹਦੇ ਮਨ 'ਤੇ ਬੋਝ ਨਹੀਂ ਬਣਦੀਆਂ, ਪ੍ਰਭਾਵ ਨਹੀਂ ਪਾਉਂਦੀਆਂ, ਮੁਕਤ ਰਹਿਣ ਲੱਗ ਪੈਂਦਾ ਹੈ। ਇਸ ਤਰ੍ਹਾਂ ਦੀ ਜਿਹੜਾ ਪ੍ਰਾਣੀ ਹੈ ਜਿਹਦੇ ਮਨ ਦੇ ਵਿੱਚ ਬੰਦਗੀ ਹੈ, ਉਹ ਤਾਂ ਇਹਨਾਂ ਬਿਰਤੀਆਂ ਤੋਂ ਬਚਿਆ ਰਹਿੰਦਾ ਹੈ। ਪਰ ਅੱਜ ਦੇ ਸ਼ਬਦ ਵਿੱਚ ਦੂਸਰੇ ਪਾਸੇ ਨੈਗੇਟਿਵ ਜਿਹੜੇ ਸ਼ਬਦ ਨੇ ਉਹ ਵਰਤੇ ਜਾ ਰਹੇ ਨੇ ਕਿ ਜਿਸ ਪ੍ਰਾਣੀ ਦੇ ਮਨ ਦੇ ਵਿੱਚ ਬੰਦਗੀ ਨਹੀਂ ਹੈ ਉਹਦੀ ਹਾਲਾਤ ਕਿਵੇਂ ਦੀ ਅਗਲੀ ਪੰਕਤੀ ਵਿੱਚ ਦੱਸਣਗੇ। ਇੱਕ ਤਾਂ ਭਗਤੀ ਭਾਵ ਵਾਲਾ ਹੈ। ਹੁਣ ਇਸ ਪੰਕਤੀ ਵਿੱਚ ਉਸ ਦਾ ਜੀਵਨ ਅੱਗੇ ਦੱਸਣਗੇ। ਜਿਹਦੇ ਮਨ ਵਿੱਚ ਬੰਦਗੀ ਨਹੀਂ ਉਹ ਕਿਵੇਂ ਦਾ ਹੈ? ਜੈਸੇ ਸੂਕਰ ਸਵਾਨ, ਉਸ ਵਿਅਕਤੀ ਨੂੰ ਸੂਕਰ ਸੂਰ ਵਰਗਾ ਜਾਣੋ, ਸਵਾਨ ਵਰਗਾ ਜਾਣੋ। ਔਰ ਇੱਥੇ ਗੱਲ ਮਨ ਦੀ ਨਹੀਂ ਖਿਆਲ ਰੱਖਣਾ। ਕਈ ਵਾਰੀ ਵਿੱਚ ਆਏਗਾ ਨਾ ਬਾਣੀ ਦੇ, ਅਸੀਂ ਕਹਿ ਦਿੰਦੇ ਹਾਂ ਵੀ ਇਹ ਤੇ ਫਿਲਾਸਫੀ ਉਦਾਹਰਨ ਦਿੱਤੀ ਹੈ ਕਿ ਜਿਹੜਾ ਵਿਅਕਤੀ ਨਾਮ ਤੋਂ ਧਰਮ ਤੋਂ ਖਾਲੀ ਹੈ ਉਹ ਕੂਕਰ ਵਰਗਾ ਹੈ, ਉਹ ਸੱਪ ਵਰਗਾ ਹੈ। ਉਹ ਹੋਰ ਕਿਸੇ ਪਸ਼ੂ ਦਾ ਨਾਮ ਲਈਏ ਹਾਥੀ ਵਰਗਾ ਹੈ, ਅਤੇ ਅਸੀਂ ਕਹਿ ਦਿੰਦੇ ਹਾਂ ਵੀ ਇਹ ਉਹਦੇ ਸੁਭਾਅ ਦੱਸੇ ਗਏ ਨੇ ਵੀ ਬੰਦੇ ਵਿੱਚ ਸੁਭਾਅ ਕੰਮ ਕਰਦੇ ਨੇ। ਪਰ ਇਹ ਜਿਹੜੀ ਪੰਕਤੀ ਹੈ ਇਹਦੇ ਵਿੱਚ ਸੁਭਾਅ ਦੀ ਗੱਲ ਨਹੀਂ ਕੱਲੀ, ਇਹਦੇ ਵਿੱਚ ਸਿੱਧਾ ਸ਼ਬਦ ਤਨ ਕਹਿ ਦਿੱਤਾ ਕਿ ਨਾਨਕ ਮਾਨੋ ਤਾਹੇ ਤਨ। ਇਹਦਾ ਮਤਲਬ ਉਸ ਬੰਦੇ ਦਾ ਸਰੀਰ ਵੀ ਇਹਨਾਂ ਪਸ਼ੂਆਂ ਵਰਗਾ ਹੋ ਜਾਂਦਾ ਹੈ। ਜਿਵੇਂ ਕੁੱਤੇ ਦਾ ਸਰੀਰ ਹੈ, ਉਹਦੇ ਸਰੀਰ ਦੀ ਚਾਲ ਵੀ ਇਸ ਤਰ੍ਹਾਂ ਹੋ ਜਾਏਗੀ। ਕੁੱਤੇ ਦਾ ਕੀ ਅਵਗੁਣ ਹੈ? ਕਿਉਂਕਿ ਅਗਲੀ ਪੰਕਤੀ ਵਿੱਚ ਕੂਕਰ ਦਾ ਗੁਣ ਵੀ ਲਿਆ ਗਿਆ। ਕੁੱਤੇ ਦਾ ਅਵਗੁਣ ਹੈ, ਉਹਦੇ ਵਿੱਚ ਕਈ ਤਰ੍ਹਾਂ ਦੇ ਤੁਸੀਂ ਸਰੀਰ ਦੇ ਸਿਗਨਲ ਵੇਖੋਗੇ। ਇੱਕ ਤੇ ਜਦੋਂ ਕੁੱਤੇ ਨੇ, ਕੁੱਤਾ ਲੋਭੀ ਹੁੰਦਾ ਹੈ ਨਾ, ਤੇ ਜਦੋਂ ਲੋਭੀ ਹੋਵੇਗਾ ਕੰਨ ਨੀਵੇਂ ਕਰ ਲਏਗਾ ਤੇ ਪੂੰਛ ਨੀਵੀਂ ਕਰ ਲਏਗਾ। ਜਦੋਂ ਲੋਭ ਕੁਝ ਲੈਣਾ ਚਾਹੁੰਦਾ, ਤੁਸੀਂ ਕਦੀ ਵੇਖਣਾ ਵੀ ਅਸੀਂ ਪ੍ਰਸ਼ਾਦਾ ਛਕਨੇ ਕੋਲੋਂ ਕੁੱਤਾ ਲੰਘਿਆ, ਉਹਨੇ ਭੀਖ ਮੰਗਣੀ, ਪ੍ਰਸ਼ਾਦ ਗ੍ਰਾਹੀ ਮੰਗਣੀ, ਤੇ ਉਸ ਵੇਲੇ ਉਹ ਸਿੱਧਾ ਨਹੀਂ ਮੰਗੇਗਾ, ਆਪਣੇ ਚੁੱਕੇ ਹੋਏ ਕੰਨ ਥੱਲੇ ਸਿੱਟ ਲਏਗਾ, ਪੂਛ ਨੀਵੀਂ ਕਰ ਲਏਗਾ, ਤੇ ਉਹਦੀ ਚਾਲ ਗਊ ਵਰਗੀ ਹੋ ਜਾਏਗੀ। ਹਜ਼ੂਰ ਕਹਿੰਦੇ ਨੇ ਜਿਹੜਾ ਬੰਦਾ ਕੂਕਰ ਬਿਰਤੀ ਵਿੱਚ ਚਲਾ ਗਿਆ ਉਹ ਲੋਭੀ ਹੋ ਜਾਂਦਾ ਹੈ। ਜੇ ਉਹ ਲੋਭੀ ਵਿਅਕਤੀ ਨਾਮ ਤੋਂ ਹੀਨ ਝੂਠੀ ਸਰੀਰ ਦੀ ਨਿਮਰਤਾ ਵਿਖਾਏ ਵੀ, ਵਾਰ-ਵਾਰ ਨੀਵਾਂ ਹੋ ਕੇ ਹੱਥ ਲਾਈ ਜਾਏ, ਵਾਰ-ਵਾਰ ਮੱਥਾ ਟੇਕੀ ਜਾਏ, ਵਾਰ-ਵਾਰ ਮਿੱਠੇ ਸ਼ਬਦ ਬੋਲੀ ਜਾਏ, ਉਹ ਸਾਰਾ ਕੁਝ ਉਸ ਕੂਕਰ ਬਿਰਤੀ ਵਾਲਾ ਹੈ। ਕੂਕਰ ਵਿੱਚ ਜਦੋਂ ਲੋਭ ਪੈਦਾ ਹੋਵੇਗਾ ਉਸ ਵੇਲੇ ਉਹ ਪੂੰਛ ਹਿਲਾਏਗਾ, ਉਸ ਵੇਲੇ ਉਹ ਸਿਰ ਸਿੱਟੇਗਾ। ਇਸੇ ਤਰ੍ਹਾਂ ਲੋਭੀ ਵਿਅਕਤੀ ਦੀ ਜੀਵਨ ਦਸ਼ਾ ਹੈ। ਉਹਦਾ ਸਰੀਰ ਜਦੋਂ ਉਹਨੇ ਕਿਸੇ ਦੀ ਜੇਬ ਕੱਟਣੀ ਹੁੰਦੀ ਏ ਉਹ ਗਊ ਵਰਗਾ ਬਣ ਜਾਂਦਾ ਹੈ। ਸ਼ਬਦ ਉਹਦੇ ਬੜੇ ਮਿੱਠੇ। ਝੁਕਣਾ ਤੇ ਇੱਕ ਅਪਰਾਧ ਵੀ ਹੈ, ਖਿਆਲ ਰੱਖਣਾ। ਇੱਕ ਪਾਸੇ ਤੇ ਧਰਮੀ ਦੁਨੀਆ ਦੇ ਵਿੱਚ ਕਿਆ ਹੈ? ਝੁਕ, ਆਪਣੇ ਆਪ ਨੂੰ ਨੀਵਾਂ ਕਰ ਪਰਮਾਤਮਾ ਦੇ ਅੱਗੇ। ਪਰ ਉਸ ਨੀਵੇਂ ਕਰਨ ਦਾ ਮਤਲਬ ਇਹ ਸੀ ਕਿ ਤੇਰੇ ਅੰਦਰੋਂ ਹੰਕਾਰ ਮਰ ਜਾਏ, ਤੇਰੀ ਮੈਂ ਟੁੱਟੇ, ਮਰਜ਼ੀ ਖਤਮ ਹੋਵੇ। ਝੁਕਣ ਦਾ ਇਹ ਮਤਲਬ ਸੀ। ਇਕੱਲੇ ਸਰੀਰ ਦੇ ਝੁਕਣ ਨਾਲ ਨਹੀਂ ਹੈ। ਮਨੁੱਖ ਜਿੰਨਾ ਚਿਰ ਆਪਣੀਆਂ ਵਿਰਤੀਆਂ ਨੂੰ ਤਿਆਗਣ ਵਿੱਚ ਨਹੀਂ ਔਰ ਦੂਜੇ ਤੋਂ ਖੋਹਣ ਦੇ ਇੱਕ ਤਰ੍ਹਾਂ ਦੇ ਨਾਲ ਉਹਦੀ ਬਿਰਤੀ ਹੈ ਕਿ ਮੈਂ ਝੁਕ ਕੇ ਕਿਸੇ ਤੋਂ ਕੁਝ ਖੋਹ ਲਵਾਂ, ਇਹ ਨਿਮਰਤਾ ਗੁਰੂ ਨੂੰ ਪ੍ਰਵਾਨ ਨਹੀਂ ਹੈ। ਗੁਰੂ ਨੂੰ ਨਿਮਰਤਾ ਉਹ ਪ੍ਰਵਾਨ ਹੈ, ਉਹ ਝੁਕਦਾ ਤੇ ਚਾਹੁੰਦਾ ਨਹੀਂ ਕੁਝ, ਸਿਰਫ ਝੁਕਾਵ ਹੈ, ਸਿਰਫ ਪਿਆਰ। ਉਹ ਕਿਤਿਓਂ ਕੁਝ ਖੋਹਣਾ ਨਹੀਂ ਚਾਹੁੰਦਾ। ਉਹਦਾ ਝੁਕਣਾ ਕਿਸੇ ਚੀਜ਼ ਨੂੰ ਖੋਹਣ ਵਾਸਤੇ ਨਹੀਂ, ਉਹਦਾ ਝੁਕਣਾ ਸਿਰਫ ਸਮਰਪਣ ਹੈ। ਉਹ ਆਪਣਾ ਆਪ ਸੌਂਪਣਾ ਚਾਹੁੰਦਾ ਹੈ, ਉਹਦੀ ਲੋੜ ਹੀ ਕੋਈ ਨਹੀਂ ਰਹੀ। ਤਾਂ ਇੱਥੇ ਕਹਿ ਰਹੇ ਨੇ ਕੂਕਰ ਦੀ ਇੱਕ ਬਿਰਤੀ ਹੈ ਕਿ ਉਹ ਗਊ ਵਰਗੀ ਚਾਲ ਨਾਲ ਤੁਰਦਾ ਜਦੋਂ ਲੋਭੀ ਹੋ ਜਾਂਦਾ ਹੈ। ਜਿਹੜਾ ਮਨੁੱਖ ਜੇ ਪ੍ਰਾਨੀ ਕੇ ਨਾਹੇ ਮਨ, ਜਿਸ ਬੰਦੇ ਦੇ ਮਨ ਵਿੱਚ ਭਗਤੀ ਨਹੀਂ ਹੋਵੇਗੀ
ਉਹਦਾ ਝੁਕਣਾ ਵੀ ਕੂਕਰ ਵਰਗਾ ਹੋ ਜਾਏਗਾ। ਇੱਕ ਉਹਦੇ ਵਿੱਚ ਹੋਰ ਅਵਗੁਣ ਹੈ, ਉਸ ਵਿਅਕਤੀ ਦਾ ਅਵਗੁਣ ਬਹੁਤ ਡੂੰਘਾ ਹੈ। ਕੂਕਰ ਦਾ ਅਵਗੁਣ ਉਹਦੇ ਵਿੱਚ ਹੁੰਦਾ, ਜਿਸ ਵਿਅਕਤੀ ਦੇ ਮਨ ਵਿੱਚ ਭਗਤੀ ਨਹੀਂ, ਉਹਦਾ ਕੋਈ ਪਤਾ ਨਹੀਂ। ਜਿਹੜਾ ਮਨੁੱਖ ਉਸ ਨੂੰ ਰੋਟੀ ਪਾਉਂਦਾ ਹੋਵੇ ਤੇ ਜੇ ਕਿਤੇ ਉਹ ਕੂਕਰ ਹਲਕ ਜਾਏ, ਜਿੱਥੇ ਉਹਨੇ ਵਫਾਦਾਰੀ ਕਰਨੀ ਸੀ, ਉੱਥੇ ਦੁੱਧ ਪਾਉਣ ਵਾਲੇ ਨੂੰ, ਰੋਟੀ ਪਾਉਣ ਵਾਲੇ ਨੂੰ ਪਰਤ ਕੇ ਉਸ ਨੂੰ ਕੱਟ ਜਾਂਦਾ ਹੈ। ਇਹ ਉਸ ਵਿਅਕਤੀ ਦੇ ਅਵਗੁਣ ਨੇ, ਜਿਹਦੇ ਮਨ ਦੇ ਵਿੱਚ ਭਗਤੀ ਨਹੀਂ। ਉਹਦਾ ਇਹ ਇੱਕ ਸੁਭਾਅ ਹੈ, ਉਹ ਧੋਖੇਬਾਜ਼ ਹੈ, ਧੋਖਾਧੜੀ ਕਰਦਾ ਹੈ। ਜਿਹੜਾ ਬੰਦਾ ਉਹਦੇ ਨਾਲ ਪਰਉਪਕਾਰ ਕਰੇਗਾ, ਪਰਤ ਕੇ ਉਸ ਨੂੰ ਕੱਟ ਜਾਏਗਾ। ਤੁਸੀਂ ਕਈ ਵਿਅਕਤੀ, ਤੇ ਖਾਸ ਕਰਕੇ ਤੁਸੀਂ ਵੇਖੋ ਕਿ ਸਮੇਂ ਦੇ ਵਿੱਚ, ਜੀਵਨ ਵਿੱਚ ਇਸ ਤਰ੍ਹਾਂ ਦੇ ਬੰਦੇ ਬੜੇ ਮਿਲਣਗੇ। ਜਿੰਨਾ ਚਿਰ ਉਹਨਾਂ ਨੂੰ ਲੋੜ ਹੈ, ਪੂੰਛ ਵੀ ਨੀਵੀਂ, ਕੰਨ ਵੀ ਨੀਵੇਂ, ਉਹਨਾਂ ਚਿਰ ਸਮਰਪਿਤ ਰਹਿਣਗੇ। ਪਰ ਉਹ ਸਮਰਪਿਤ ਹੋਣਾ ਕਿਸੇ ਲੋਭ ਦੇ ਅੰਦਰੋਂ ਆ ਰਿਹਾ ਹੈ। ਜਦੋਂ ਉਹ ਕਿਸੇ ਅੱਗੇ ਝੁਕਦੇ ਨੇ, ਉਹਨਾਂ ਦੇ ਅੰਦਰ ਇੱਕ ਕ੍ਰੋਧ ਇਕੱਠਾ ਹੁੰਦਾ ਜਾਂਦਾ, ਜਿਹਦੇ ਅੱਗੇ ਝੁਕਦੇ ਨੇ ਉਹਦੇ ਵਾਸਤੇ। ਜਦੋਂ ਝੁਕਦੇ ਨੇ ਨਾ, ਇੱਕ ਕ੍ਰੋਧ ਇਕੱਠਾ ਹੁੰਦਾ ਰਹਿੰਦਾ ਵੀ ਕੱਲ੍ਹ ਨੂੰ ਜਦੋਂ ਮੇਰੇ ਹੱਥਾਂ ਵਿੱਚ ਜੋ ਕੁਝ ਇਹ ਤੋਂ ਲੈਣਾ ਆ ਗਿਆ ਨਾ, ਫਿਰ ਮੈਂ ਇਹਨੂੰ ਦੱਸਾਂਗਾ ਕਿਵੇਂ ਤੁਰੀਦਾ ਹੈ। ਉਹ ਪਹਿਲਾਂ ਝੁਕ ਕੇ ਸਭ ਕੁਝ ਲੈਣਗੇ, ਮਿੱਠੇ ਸ਼ਬਦ ਬੋਲਣਗੇ, ਤੇ ਜਦੋਂ ਉਹਨਾਂ ਦਾ ਮਸਲਾ ਹੱਲ ਹੋ ਗਿਆ, ਪਰਤ ਕੇ ਉਸੇ ਬੰਦੇ ਦਾ ਨੁਕਸਾਨ ਕਰ ਦੇਣਗੇ, ਉਸ ਨੂੰ ਕੱਟ ਜਾਣਗੇ। ਇਹ ਵੀ ਇੱਕ ਭਗਤੀ ਤੋਂ ਹੀਣ ਬੰਦੇ ਦੀ ਕੂਕਰ ਬਿਰਤੀ ਹੈ। ਇਸ ਕਰਕੇ ਖਿਆਲ ਰੱਖਣਾ, ਇਹ ਧਰਮ ਦਾ ਇੱਕ ਅੰਗ ਹੈ। ਵਸਤਰ ਪਾਉਣੇ ਧਰਮ ਦੇ, ਇਹ ਧਰਮ ਦਾ ਇੱਕ ਅੰਗ ਹੈ। ਜਪ ਕਰਨਾ, ਤਪ ਕਰਨਾ, ਸੇਵਾ ਕਰਨੀ ਇੱਕ ਅੰਗ ਹੈ। ਧਰਮ ਇੱਥੇ ਸਮਾਪਤ ਨਹੀਂ ਹੁੰਦਾ। ਧਰਮ ਉੱਥੇ ਸਮਾਪਤ ਹੁੰਦਾ ਜਿੱਥੇ ਬੰਦਾ ਅੰਦਰੋਂ ਸਰਲ ਹੋ ਜਾਂਦਾ ਹੈ। ਜਿਹੜੀ ਗੱਲ ਕਰਦਾ ਹੈ, ਜਿਹੜੇ ਬੰਦੇ ਨਾਲ ਤੁਰਦਾ ਹੈ, ਅੰਦਰੋਂ ਤੁਰਦਾ ਹੈ। ਜੇ ਨਹੀਂ ਤੁਰਦਾ ਤੇ ਉਹਨੂੰ ਸ਼ੁਰੂ ਵਿੱਚ ਜਵਾਬ ਦੇ ਦਿੰਦਾ ਹੈ। ਉਹ ਮੌਕਾ ਪ੍ਰਸਤ ਨਹੀਂ ਹੈ, ਉਹ ਧੋਖੇਬਾਜ਼ ਨਹੀਂ। ਇਹ ਚੀਜ਼ਾਂ ਨਾਲ ਨੇ ਧਰਮੀ ਬੰਦੇ ਦੇ। ਇਹ ਨਹੀਂ ਵੀ ਜਪੀ ਤਪੀ ਬੜਾ ਹੈ, ਜਪਦਾ ਤੇ ਬੜਾ ਕੁਝ ਹੈ, ਧੋਖਾ ਦੇਣ ਲੱਗਿਆ ਇੱਕ ਪਲ ਵੀ ਨਹੀਂ ਲਾਂਦਾ। ਹੇਰਾ ਫੇਰੀ ਕਰਨ ਲੱਗਿਆ ਕਿਹਾ ਕਿਸੇ ਨੂੰ ਕੁਝ ਸੀ, ਕਰ ਕੁਝ ਲਿਆ, ਅਦਲਾ ਬਦਲੀ ਦੇ ਵਿੱਚ ਫਸ ਗਿਆ ਹੈ। ਤਾਂ ਇਸੇ ਕਰਕੇ ਹੀ ਬਹੁਤ ਸਾਰੇ ਧਾਰਮਿਕ ਲੋਕ ਜਿਹੜੇ ਧਰਮ ਦੀ ਬਾਹਰੋਂ ਬਹੁਤ ਸਾਧਨਾ ਕਰਦੇ ਨੇ, ਉਹਨਾਂ ਦੇ ਵਿੱਚ ਇੱਕ ਅਵਗੁਣ ਹੁੰਦਾ ਹੈ ਕਿ ਜਿਹਦੇ ਤੋਂ ਆਪਣਾ ਭਲਾ ਕਰਾਉਣਾ, ਉਸੇ ਨੂੰ ਪਰਤ ਕੇ ਕੱਟ ਜਾਣਾ। ਕੂਕਰ ਬਿਰਤੀ ਭਗਤੀਹੀਣ ਵਿਅਕਤੀ ਵਿੱਚ ਉਹ ਪਰਤ ਕੇ ਉਹਦਾ ਨੁਕਸਾਨ ਕਰ ਜਾਏਗਾ, ਜਿਹੜਾ ਸਭ ਤੋਂ ਵੱਡਾ ਅਪਰਾਧ ਇਸ ਜਗਤ ਦਾ। ਵੈਸੇ ਤੇ ਧੋਖਾ ਤੇ ਕਿਸੇ ਨੂੰ ਵੀ ਦੇਣਾ ਔਖਾ ਹੈ, ਧੋਖਾ ਕਿਸੇ ਨੂੰ ਦੇਣਾ ਮਾੜਾ ਹੈ, ਗਲਤ ਹੈ। ਪਰ ਵਿਅਕਤੀ ਗੁਰੂ ਨੂੰ ਧੋਖਾ ਦੇਣ ਵਾਲੇ ਪਾਸੇ ਤੁਰ ਪੈਂਦਾ ਹੈ, ਇਸ ਰਾਹ ਤੇ ਵੀ ਜਾਂਦਾ। ਤਾਂ ਇਹ ਸਾਰੀਆਂ ਬਿਰਤੀਆਂ ਕਿੱਥੋਂ ਪੈਦਾ ਹੁੰਦੀਆਂ ਨੇ? ਜਿਸ ਵਿਅਕਤੀ ਦੇ ਮਨ ਵਿੱਚ ਭਗਤੀ ਨਹੀਂ ਹੈ। ਜਿਸ ਮਨੁੱਖ ਦੇ ਮਨ ਵਿੱਚ ਭਗਤੀ ਨਹੀਂ, ਉਹ ਸਵਾਨ ਵਰਗਾ ਹੈ। ਇੱਕ ਸਵਾਨ ਦਾ ਤੀਜਾ ਅਵਗੁਣ, ਕਿਉਂਕਿ ਇਹ ਦੋ ਸ਼ਬਦ ਨੇ। ਸਵਾਨ ਦਾ ਪਹਿਲਾ ਅਵਗੁਣ ਭਲਮਾਨਸੀ ਵਾਲਾ ਵੇਸ, ਬਾਹਰੋਂ ਗੱਲਾਂ ਬਹੁਤ ਮਿੱਠੀਆਂ, ਤੇ ਦੂਸਰੇ ਤੋਂ ਕੁਝ ਖੋਹਣਾ। ਇਹ ਅਵਗੁਣ ਉਹਦਾ ਉਸ ਬੰਦੇ ਦੇ ਸਰੀਰ ਵਿੱਚ ਹੈ। ਤੇ ਦੂਸਰਾ ਸਾਧ ਸੰਗਤ, ਜਿਹੜਾ ਹੁਣੇ ਮੈਂ ਬੇਨਤੀ ਕੀਤੀ ਹੈ, ਦੂਸਰੇ ਨੂੰ ਧੋਖਾ ਦੇਣਾ, ਕੱਟ ਜਾਣਾ, ਸਮਾਂ ਪਾ ਕੇ ਮੌਕਾ ਵੇਖ ਲੈਣਾ। ਤੇ ਤੀਸਰੀ ਬਿਰਤੀ ਉਸ ਮਨੁੱਖ ਵਿੱਚ ਕੂਕਰ ਵਾਲੀ ਹੁੰਦੀ ਹੈ ਕਿ ਉਹਦੇ ਮੂੰਹ ਵਿੱਚ ਪਹਿਲੀ ਰੋਟੀ ਪਈ ਹੋਵੇ। ਤੁਸੀਂ ਕਦੀ ਵੇਖਣਾ, ਸਾਹਮਣੇ ਇੱਕ ਕੁੱਤਾ ਖੜਾ ਹੈ, ਉਹਨੂੰ ਇੱਕ ਰੋਟੀ ਪਾਓ, ਉਹਨੂੰ ਬੜੀ ਕਾਹਲੀ ਨਾਲ ਖਾਣ ਲੱਗ ਪਏਗਾ। ਤੇ ਅਜੇ ਉਹਨੇ ਅੱਧੀ ਖਾਧੀ ਹੋਵੇ, ਦੂਜੀ ਉਹਦੇ ਅੱਗੇ ਸਿੱਟ ਦਿਓ, ਪਹਿਲੀ ਮੂੰਹ ਚੋਂ ਸਿੱਟ ਦੇਗਾ ਤੇ ਦੂਜੀ ਖਾਣ ਲੱਗ ਪਏਗਾ ਚੁੱਕ ਕੇ। ਕਿਉਂਕਿ ਪਹਿਲੀ ਤੇ ਉਹਦਾ ਸਬਰ ਨਹੀਂ ਵੀ ਮੈਂ ਪਹਿਲੀ ਲਈ ਉਹਨੂੰ ਖਾ ਲਵਾਂ। ਉਹ ਜਿਹੜੀ ਪਹਿਲੀ ਉਹਨੂੰ ਛੱਡ ਦੇਗਾ, ਦੂਜੀ ਖਾਣ ਲੱਗ ਪਏਗਾ। ਬੰਦੇ ਦੀ ਬਿਰਤੀ ਇਹ ਹੈ, ਉਹਨੂੰ ਇੱਕ ਚੀਜ਼ ਮਿਲੇ ਉਹਨੂੰ ਵਿੱਚ ਹੀ ਸਿੱਟ ਦਿੰਦਾ ਹੈ। 10 ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਵਿਖੋੜ ਗਵਾਵੈ, ਦੂਜੀਆਂ ਵੱਲ ਦੌੜ ਪੈਂਦਾ ਹੈ। ਇਹ ਸਾਰੀਆਂ ਕੂਕਰ ਬਿਰਤੀਆਂ ਨੇ, ਇਹ ਸਾਰੀਆਂ ਕੁੱਤਿਆਂ ਦੀਆਂ ਬਿਰਤੀਆਂ ਨੇ। ਤੇ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਤਾਂ ਹਰ ਇੱਕ ਜੂਨ ਜਿਹੜੀ ਹੈ, ਭਾਵੇਂ ਮਨੁੱਖ ਤੇ ਭਾਵੇਂ ਪਸ਼ੂ, ਇਹ ਆਪਣੇ ਸੁਭਾਅ ਨੂੰ ਛੱਡ ਚੁੱਕੇ ਨੇ,
ਅਸੀਂ ਕਹਿੰਦੇ ਹਾਂ ਧਰਮ। ਧਰਮ ਕੀ ਹੈ? ਬੰਦੇ ਦਾ ਮੂਲ ਸੁਭਾਅ ਜਿਵੇਂ ਦਾ ਉਹਨੂੰ ਕੁਦਰਤ ਨੇ ਦਿੱਤਾ ਹੈ, ਉਸ ਸੁਭਾਅ ਦੇ ਵਿੱਚ ਜਿਉਣਾ ਹੀ ਧਰਮ ਹੈ। ਜਿਵੇਂ ਦਾ ਸਰੀਰ ਕੁਦਰਤ ਨੇ ਪਰਮਾਤਮਾ ਨੂੰ ਦਿੱਤਾ ਹੈ, ਉਸ ਸਰੀਰ ਨੂੰ ਸਾਬਤ ਰੱਖਣਾ ਹੀ ਧਰਮ ਦਾ ਬਾਹਰਲਾ ਹਿੱਸਾ ਹੈ। ਹੁਣ ਤਾਂ ਮਨੁੱਖ ਵੀ ਆਪਣਾ ਧਰਮ, ਆਪਣਾ ਸੁਭਾਅ ਮੂਲਕ ਜਿਹੜਾ ਤਿਆਗ ਚੁੱਕਾ ਹੈ। ਤੇ ਮੇਰੇ ਵੇਖਣ ਵਿੱਚ ਆਇਆ ਪਸ਼ੂ ਵੀ ਤਿਆਗ ਗਏ ਨੇ। ਤੁਸੀਂ ਹੈਰਾਨ ਹੋਵੋਗੇ, ਅੱਜ ਤੱਕ ਮੈਂ ਨਾ ਸੁਣਿਆ ਸੀ ਨਾ ਵੇਖਿਆ ਸੀ ਵੀ ਜਿਹੜੇ ਕੁੱਤੇ ਨੂੰ ਰੋਟੀ ਪਾਓ ਉਹ ਰੱਜ ਕੇ ਖਾ ਲੈਂਦਾ ਤੇ ਬਾਕੀ ਲੁਕਾਉਂਦਾ ਮਿੱਟੀ ਪੁੱਟ ਕੇ, ਟੋਇਆ ਕੱਢ ਕੇ। ਇਹ ਮੇਰੇ ਵੇਖਣ ਵਿੱਚ ਆਇਆ। ਇੱਕ ਕੁੱਕਰ ਨੂੰ, ਕੁੱਤੇ ਨੂੰ 5-7 ਰੋਟੀਆਂ ਸਿੱਟੀਆਂ ਗਈਆਂ, 1-2 ਨੇ ਖਾ ਲਈਆਂ, ਬਾਕੀ ਖਾ ਨਹੀਂ ਸੀ ਸਕਦਾ। ਫਿਰ ਉਹ ਪਾ ਕੇ ਸਾਰੀਆਂ ਰੋਟੀਆਂ ਮੂੰਹ ਵਿੱਚ ਮੇਰੇ ਸਾਹਮਣੇ ਦੌੜਿਆ ਤੇ ਦੌੜਿਆ ਉਹ ਥਾਂ ਲੱਭਦਾ ਵੀ ਕਿੱਥੇ ਲੁਕਾਵਾਂ, ਜਮ੍ਹਾਂ ਕਿੱਥੇ ਕਰਾਂ। ਫਿਰ ਉਹ ਜਦੋਂ ਰੱਖਣ ਲੱਗਦਾ ਤੇ ਫਿਰ ਚੌਵਾਂ ਪਾਸਿਓਂ ਆਲੇ ਦੁਆਲੇ ਵਹਿੰਦਾ ਵੀ ਕੋਈ ਵੇਖ ਤੇ ਨਹੀਂ ਰਿਹਾ ਵੀ ਕਿਤੇ ਮੈਂ ਰੱਖ ਕੇ ਜਾਵਾਂ, ਦੂਜਾ ਕੁੱਤਾ ਕੱਢ ਕੇ ਲੈ ਜਾਏ। ਬਿਲਕੁਲ ਸਾਫ਼, ਇਹ ਮੇਰਾ ਖੁਦ ਤਜਰਬਾ ਹੈ, ਪੜ੍ਹਿਆ ਨਹੀਂ ਕਿਤੋਂ। ਉਹ 15 ਮਿੰਟ ਥਾਂ ਲੱਭਦਾ ਰਿਹਾ ਫੁੱਲਾਂ ਦੀਆਂ ਜੜ੍ਹਾਂ ਦੇ ਵਿੱਚ, ਝਾੜੀਆਂ ਦੇ ਵਿੱਚ ਲੁਕਾਉਣ ਵਾਸਤੇ। ਤੇ ਇੱਕ ਵਾਰੀ ਉਹਨੇ ਲੁਕਾ ਵੀ ਦਿੱਤੀ ਤੇ ਦੂਸਰਾ ਕੁੱਤਾ ਆ ਰਿਹਾ ਸੀ, ਉਹਨੂੰ ਸ਼ੱਕ ਪੈ ਗਿਆ ਵੀ ਉਹਨੇ ਵੇਖ ਲਿਆ ਹੋਵੇਗਾ, ਫਿਰ ਉੱਥੋਂ ਕੱਢ ਲਈ। ਇਹ ਬਿਰਤੀਆਂ ਪਹਿਲਾਂ ਪਸ਼ੂਆਂ ਵਿੱਚ ਨਹੀਂ ਸਨ। ਇਹ ਨਿਸ਼ਾਨੀਆਂ ਨੇ ਕਿ ਇਹ ਯੁੱਗ, ਜਿਹਨੂੰ ਕਲਯੁੱਗ ਕਹਿੰਦੇ ਨੇ, ਆਪਣੇ ਐਂਡ ਵੱਲ ਆਉਂਦਾ ਜਾਂਦਾ ਹੈ, ਕਿ ਬਿਰਤੀਆਂ ਬਹੁਤ ਭੜਕਦੀਆਂ ਜਾ ਰਹੀਆਂ ਨੇ। ਇਹ ਬਿਰਤੀ ਮਨੁੱਖ ਦੇ ਵਿੱਚ ਹੈ ਸੀ ਕਿ ਉਹ ਲੁਕਾਉਂਦਾ ਹੈ। ਬਹੁਤ ਤੇਜ਼ ਬਿਰਤੀ ਹੈ ਮਨੁੱਖ ਦੇ ਵਿੱਚ, ਇੱਕ ਦੂਜੇ ਤੋਂ ਲੁਕਾਏਗਾ। ਪਰ ਇਹ ਬਿਰਤੀਆਂ ਹੁਣ ਕੁੱਤਿਆਂ ਵਿੱਚ, ਪਸ਼ੂਆਂ ਦੇ ਵਿੱਚ ਵੀ ਜਾਗ ਪਈਆਂ ਨੇ। ਉਹਨਾਂ ਨੂੰ ਪਾਓ। ਪਹਿਲਾਂ ਪਸ਼ੂ ਬਿਰਤੀ ਇਹ ਸੀ ਕਿ ਉਹ ਜਿੰਨੀ ਲੋੜ ਸੀ ਖਾ ਲੈਂਦਾ ਸੀ, ਬਾਕੀ ਛੱਡ ਦਿੰਦਾ ਸੀ। ਹੁਣ ਉਹ ਲੁਕਾਉਂਦਾ ਹੈ ਤੇ ਲੁਕਾਉਂਦਾ ਵੀ ਉੱਥੇ ਵੀ ਜਿੱਥੇ ਦੂਸਰਾ ਵੇਖੇ ਨਾ, ਤਾਂ ਕਿ ਹੋਰ ਕਿਸੇ ਦੇ ਕੰਮ ਨਾ ਆ ਸਕੇ। ਇੰਨੀ ਪਕੜ ਉਹਦੇ ਮਨ ਵਿੱਚ ਵੱਧ ਚੁੱਕੀ ਹੈ। ਤਾਂ ਇਹ ਸਾਰੀਆਂ ਬਿਰਤੀਆਂ ਕੂਕਰ ਦੀਆਂ ਬਿਰਤੀਆਂ ਨੇ। ਦੂਸਰੀ ਬਿਰਤੀ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਸ ਪ੍ਰਾਣੀ ਦੇ ਮਨ ਵਿੱਚ ਭਗਤੀ ਨਹੀਂ, ਉਹ ਸੂਕਰ ਬਿਰਤੀ ਸੂਰ ਵਰਗਾ ਹੈ। ਸੂਰ ਦੀ ਇੱਕੋ ਬਿਰਤੀ ਗਿਣੀ ਗਈ ਹੈ। ਕਬੀਰ ਸਾਹਿਬ ਨੇ ਉਹਦਾ ਉਲੇਖ ਆਪਣੇ ਸ਼ਲੋਕਾਂ ਵਿੱਚ ਕੀਤਾ ਹੈ ਕਿ ਸੂਰ ਦੀ ਬਿਰਤੀ ਕਿਹੜੀ ਹੈ। ਸੂਰ ਦੀ ਬਿਰਤੀ, ਵੈਸੇ ਉਦਾਹਰਨ ਤੇ ਉੱਥੇ ਕਿਹਾ ਹੈ ਕਿ ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲਹਿ ਨਾਉ। ਇਹਦੇ ਤੋਂ ਪਹਿਲੀ ਤੁਕ ਵਿੱਚ ਕਬੀਰ ਜੀ ਕਹਿੰਦੇ ਨੇ, ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਛਾ ਗਾਉ। ਇੱਥੇ ਗੁਣਵਾਚਕ ਪੰਕਤੀ ਲਿਖੀ ਗਈ ਹੈ। ਕਹਿੰਦੇ ਸੂਰ ਵਿੱਚ ਗੁਣ ਹੈ ਕਿ ਉਹ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਨੂੰ ਸਾਫ਼ ਕਰਦਾ ਹੈ, ਗੰਦ ਖਤਮ ਕਰਦਾ ਹੈ। ਭਾਵੇਂ ਉਹਦਾ ਅਵਗੁਣ ਹੈ, ਪਰ ਸਾਕਤ ਉਹਦੇ ਤੋਂ ਵੀ ਮਾੜਾ ਹੈ, ਕਿਉਂਕਿ ਸੂਰ ਗੰਦ ਖਤਮ ਕਰਦਾ ਹੈ ਤੇ ਸਾਕਤ ਇਸ ਧਰਤੀ ਤੇ ਗੰਦ ਪਾਉਂਦਾ ਹੈ, ਗੰਦ ਪਾ ਕੇ ਜਾਂਦਾ ਹੈ। ਬਹੁਤ ਫਰਕ ਹੈ ਉਸ ਸਾਕਤ ਦਾ ਜਿਹੜਾ ਇਨਸਾਨੀਅਤ ਦੇ ਦਾਇਰੇ ਤੋਂ ਡਿੱਗ ਕੇ ਜਿਉਂਦਾ ਹੈ। ਉਹ ਇਸ ਧਰਤੀ ਤੋਂ ਜਦੋਂ ਵਿਦਾ ਹੁੰਦਾ ਹੈ, ਜਾਂਦਾ ਹੈ, ਤੇ ਉਹਦੇ ਪਿੱਛੇ ਕਈ ਪ੍ਰਕਾਰ ਦੇ ਅਵਗੁਣ ਦੀਆਂ ਕਹਾਣੀਆਂ ਛੱਡ ਕੇ ਚਲਾ ਜਾਂਦਾ ਹੈ। ਉਹਦੇ ਜੀਵਨ ਦੀਆਂ ਕਹਾਣੀਆਂ ਵਿੱਚੋਂ ਬਦਬੂ ਆਉਂਦੀ ਹੈ। ਉਹ ਸਾਕਤ ਸੂਕਰ ਤੋਂ ਨੀਵਾਂ ਗਿਣਿਆ ਗਿਆ। ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਛਾ ਗਾਉ। ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲਹਿ ਨਾਉ। ਉਹਦਾ ਕੋਈ ਨਾਂ, ਯਾਨੀ ਕਿ ਜਿਹੜੀਆਂ ਉਹ ਕਰਤੂਤਾਂ ਕਰਦਾ ਗਿਆ, ਲੋਕ ਕਹਿੰਦੇ ਨੇ ਫਲਾਣਾ ਚਲਾ ਗਿਆ, ਦੂਸਰਾ ਕਹਿੰਦਾ ਕਿਵੇਂ ਗਿਆ, ਤੇ ਪਹਿਲਾਂ ਤੇ ਦੱਸਣ ਲੱਗਦਾ, ਫਿਰ ਕਹਿੰਦਾ ਛੱਡੋ ਪਰਾਂ, ਹੋਰ ਕਿਸੇ ਦੀ ਗੱਲ ਕਰ ਰਹੇ, ਕਿਉਂਕਿ ਉਹਦੀ ਕਰਤੂਤ ਐਸੀ, ਉਹਦੀ ਵਿਆਖਿਆ ਵੀ ਨਹੀਂ ਹੋ ਸਕਦੀ। ਇਸ ਕਰਕੇ ਹੁਣ ਤੇ ਤਰੀਕਾ ਲੱਭ ਗਿਆ, ਬੰਦਾ ਮਰਦਾ ਸ਼ਰਾਬ ਪੀ ਕੇ ਵੇ ਤੇ ਉਹ ਵਿਆਖੀ ਬਦਲ ਲਈ, ਅਸੀਂ ਉਹਨੂੰ ਗੁਰਮੁਖ ਕਹਿਣ ਲੱਗ ਪੈਂਦੇ ਨੇ। ਅਰਦਾਸ ਦੇ ਵਿੱਚ ਕਿਹਾ ਜਾਂਦਾ ਹੈ, ਖਾਸ ਕਰਕੇ ਜਿਹੜੇ ਅਰਦਾਸੀਏ ਗੁਰੂ ਕੇ ਸਿੰਘ ਗ੍ਰੰਥੀ ਨੇ, ਉਹਨਾਂ ਨੂੰ ਸ਼ਬਦ ਵੇਖ ਕੇ ਵਰਤਣੇ ਚਾਹੀਦੇ ਨੇ ਗੁਰੂ ਗ੍ਰੰਥ ਸਾਹਿਬ ਅੱਗੇ, ਕਿ ਜਿਸ ਬੰਦੇ ਦੀ ਅਰਦਾਸ ਹੋ ਰਹੀ ਹੈ, ਵੈਸੇ ਤੇ ਭਾਵੇਂ ਧਰਮੀ ਵੀ ਹੈ, ਅਰਦਾਸ ਦਾ ਤੇ ਮਤਲਬ ਹੀ ਇਹ ਵੇ ਵੀ ਭਾਵੇਂ ਗੁਣ ਹੈ ਸਨ, ਫਿਰ ਵੀ ਗੁਰੂ ਅੱਗੇ ਕਿਹਾ ਵੀ ਸਤਿਗੁਰੂ ਕੀ ਪਤਾ, ਅਸੀਂ ਕਹਿੰਦੇ ਹਾਂ ਸਾਡੇ ਵਿੱਚ ਗੁਣ ਸਨ, ਕੀ ਪਤਾ ਤੈਨੂੰ ਪ੍ਰਵਾਨ ਨੇ ਕਿ ਨਹੀਂ, ਆਪਾਂ ਗਲਤੀ ਚੱਲਦੇ ਰਹੀਏ।
ਅਰਦਾਸ ਦਾ ਮਤਲਬ ਹੈ ਗੁਣ ਹੋਣ ਤੇ ਤਾਂ ਵੀ ਕਹਿਣਾ ਮੇਰੇ ਵਿੱਚ ਅਵਗੁਣ ਸਨ। ਤੇ ਅਸੀਂ ਅਰਦਾਸਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰ ਦਿੰਦੇ ਹਾਂ। ਪਤਾ ਵੀ ਹੁੰਦਾ ਹੈ ਕਿ ਇਸ ਬੰਦੇ ਨੇ ਪਤਾ ਨਹੀਂ ਹਜ਼ਾਰਾਂ ਬੋਤਲਾਂ ਖਾਲੀ ਕਰ ਦਿੱਤੀਆਂ ਨੇ ਸੰਸਾਰ ਵਿੱਚ, ਤੇ ਜਦੋਂ ਮਰਿਆ ਉਦੋਂ ਕਹਿੰਦੇ ਨੇ ਗੁਰਮੁਖ ਚੱਲਾ ਇੱਥੋਂ। ਗੁਰਮੁਖ ਕਿਵੇਂ ਬਣ ਗਿਆ ਉਹ? ਸਾਡੀਆਂ ਅੱਖਾਂ ਦੇ ਸਾਹਮਣੇ ਕਿਤੇ ਭੁਲੇਖਾ ਹੋਵੇ। ਇਸ ਕਰਕੇ ਵਿਆਪਕ ਸ਼ਬਦ ਇਹ ਹੈ ਪ੍ਰਾਣੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰ ਆਉਂਦਾ ਹੈ। ਪ੍ਰਾਣੀ ਸ਼ਬਦ ਕਿਉਂ ਵਰਤਿਆ ਗਿਆ? ਪ੍ਰਾਣੀ ਦਾ ਅਰਥ ਇਹਦੇ ਵਿੱਚ ਪ੍ਰਾਣ ਸਨ। ਅਰਦਾਸ ਦੇ ਵਿੱਚ ਸ਼ਬਦ ਹੀ ਪ੍ਰਾਣੀ ਵਰਤਿਆ ਜਾਏ ਕਿ ਇਹ ਪ੍ਰਾਣੀ ਚਲਾ ਗਿਆ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨੀ। ਇਹ ਹੈ ਅਰਦਾਸ ਦਾ ਢੰਗ। ਹੁਣ ਉਹ ਪ੍ਰਾਣੀ ਕਿਵੇਂ ਦਾ ਹੈ ਇਹ ਗੁਰੂ ਜਾਣਦਾ, ਉਹਦੇ ਵਿੱਚ ਕਿੰਨੇ ਗੁਣ ਸਨ ਤੇ ਕਿੰਨੇ ਅਵਗੁਣ ਸਨ। ਅਰਦਾਸ ਦਾ ਮਤਲਬ ਸਿਰਫ ਪ੍ਰਾਣੀ ਹੈ, ਨਾ ਉਹ ਗੁਰਮੁਖ ਨਾ ਉਹ ਮਨਮੁਖ ਕਹਿਣਾ। ਇਹ ਵੀ ਕਹਿਣ ਦੀ ਲੋੜ ਨਹੀਂ ਵੀ ਬੜਾ ਪਾਪੀ ਸੀ। ਇਸ ਕਰਕੇ ਕੁਝ ਚੀਜ਼ਾਂ ਅਸੀਂ ਬਨੌਟੀ ਪੈਦਾ ਕਰ ਦਿੱਤੀਆਂ ਨੇ, ਤੇ ਫਿਰ ਜਦੋਂ ਸੰਸਾਰ ਨੂੰ ਝੂਠੇ ਸਰਟੀਫਿਕੇਟ ਦਿੰਦੇ ਆ ਬਈ ਕੋਈ ਗੱਲ ਨਹੀਂ, ਸਭ ਠੀਕ ਹੋ ਜਾਏਗਾ, ਤੁਸੀਂ ਜੋ ਮਰਜ਼ੀ ਕਰੋ, ਉਦੋਂ ਫਿਰ ਇੱਕ ਖੁੱਲ੍ਹ ਮਿਲ ਜਾਂਦੀ ਹੈ। ਇੱਕ ਖੁੱਲ੍ਹ ਮਿਲਦੀ ਹੈ ਜਦੋਂ ਸਾਰੀਆਂ ਚੀਜ਼ਾਂ ਨੂੰ ਇਕੱਠੀ ਮਾਨਤਾ ਦਿੱਤੀ ਜਾਏ ਵੀ ਸਾਰੇ ਇੱਕੋ ਜਿਹੇ ਨੇ, ਫਿਰ ਅਵਗੁਣਾਂ ਨੂੰ ਕੌਣ ਵੱਖਰਾ ਕਰੇਗਾ। ਇਸ ਕਰਕੇ ਦੋ ਬਿਰਤੀਆਂ ਉਹਨਾਂ ਵਿੱਚ ਪੈਦਾ ਹੋ ਗਈਆਂ ਜਿਹੜੇ ਨਾਮ ਤੋਂ ਹੀਣ ਸਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ। ਜਿਸ ਪ੍ਰਾਣੀ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ, ਸਾਹਿਬ ਕਹਿੰਦੇ ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਉਸ ਬੰਦੇ ਦਾ ਤੇ ਸਰੀਰ ਵੀ ਕੂਕਰ ਵਰਗਾ, ਕੁੱਤੇ ਤੇ ਸੂਰ ਵਰਗਾ ਹੋ ਗਿਆ, ਉਹਦੇ ਵਰਗਾ ਉਹਦਾ ਜੀਵਨ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਬਚਨ ਕਰਦੇ ਹੋਏ ਕਹਿੰਦੇ, ਨਾਮ ਬਿਨਾ ਜੇਤਾ ਬਿਵਹਾਰ, ਜਿਉ ਮਿਰਤਕ ਮਿਥਿਆ ਸ਼ਿੰਗਾਰ। ਬੰਦਗੀ ਨਹੀਂ ਤੇ ਜਿਉਂਦੇ ਮਨੁੱਖ ਨੇ ਕਹਿੰਦੇ ਸ਼ਿੰਗਾਰ ਬੜੇ ਕੀਤੇ ਹੋਏ ਨੇ। ਨਾਮ ਤਾਂ ਹੈ ਨਹੀਂ, ਪਰਮਾਤਮਾ ਦੀ ਬੰਦਗੀ ਨੇ ਸ਼ਿੰਗਾਰ ਬੜੇ। ਕਹਿੰਦੇ ਮਤ ਸਮਝੋ ਇਹ ਜਿਉਂਦੇ ਵਿਅਕਤੀ ਦੇ ਸ਼ਿੰਗਾਰ ਨੇ। ਇਹ ਤਾਂ ਕਹਿੰਦੇ ਕਈ ਵਾਰੀ ਅਮੀਰ ਬੰਦਾ ਮਰ ਜਾਏ ਨਾ, ਮਾਇਆ ਹੁੰਦੀ ਬਹੁਤੀ, ਉਹਨੂੰ ਮਰੇ ਨੂੰ ਵੀ ਸ਼ਿੰਗਾਰ ਕਰ ਦਿੰਦੇ ਨੇ ਵੀ ਚਲੋ ਮੌਤ ਹੋ ਗਈ, ਮਾਇਆ ਬੜੀ ਹੋਰ ਸ਼ਿੰਗਾਰ ਕਰਦੇ, ਬੜੇ ਸੋਹਣੇ ਕੱਪੜੇ ਪਾਉਂਦੇ ਨੇ ਉਸ ਨੂੰ। ਨਾਮਹੀਣ ਵਿਅਕਤੀ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਜਿਉ ਮਿਰਤਕ ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ। ਮਿਰਤਕ ਦੇ ਅਰਥ ਨੇ ਮਰਿਆ ਹੋਇਆ ਜੀਵ, ਮਿਥਿਆ ਦਾ ਅਰਥ ਹੈ ਝੂਠਾ। ਝੂਠਾ ਸ਼ਿੰਗਾਰ ਜਿਵੇਂ ਕਰੀਦਾ, ਇਸ ਤਰ੍ਹਾਂ ਉਹ ਕੱਪੜੇ ਪਹਿਨਦਾ। ਫਿਰ ਕਹਿੰਦੇ, ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਨਾਮ ਨਾਲ ਕਹਿੰਦੇ ਪਰਮਾਤਮਾ ਦੇ ਪਿਆਰ ਵਿੱਚ ਨਹੀਂ ਜੀਵਿਆ ਤੇ ਕਰਮ ਕਰੋੜਾਂ ਹੀ ਕੀਤੇ ਨੇ। ਕਰਮ ਬੜੇ ਕਰਦਾ ਰਿਹਾ, ਨਰਕ ਵਿੱਚ ਜਾਏਗਾ ਕਰੋੜਾਂ ਕਰਮ ਕਰਦਾ ਹੋਇਆ। ਸਤਿਗੁਰੂ ਹੋਰ ਬਚਨ ਕਹਿੰਦੇ, ਕਹਿਣ ਲੱਗੇ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਝੂਠਨ ਮੈਂ ਪਾਏ। ਜੇ ਕਿਸੇ ਵਿਅਕਤੀ ਦੇ ਮੁਖ ਵਿੱਚ ਨਾਮ ਨਹੀਂ ਪਰਮਾਤਮਾ ਦਾ, ਤਾਂ ਉਹ ਜਦੋਂ ਖਾਂਦਾ ਹੈ ਤਾਂ ਉਹਦੀ ਰੋਟੀ ਖਾਣੀ 36 ਪ੍ਰਕਾਰ ਦੇ ਪਦਾਰਥ ਇਸ ਤਰ੍ਹਾਂ ਨੇ ਜਿਵੇਂ ਕਿ ਕੋਈ ਕੁੱਤਾ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਦਾ ਹੈ, ਝੂਠ ਖਾਂਦਾ ਹੈ। ਇਹ ਬਚਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ, ਜਿਉ ਕੂਕਰ ਝੂਠਨ ਮੈਂ ਪਾਹੇ। ਨਾਮ ਬਿਨਾ ਜੋ ਪਹਿਰੈ, ਇੱਥੇ ਪਹਿਨਣ ਦੀ ਵੀ ਗੱਲ ਕੀਤੀ, ਪਹਿਨਣ ਦੀ ਵੀ ਗੱਲ ਕੀਤੀ। ਕਹਿਣ ਲੱਗੇ, ਜੋ ਕੁਝ ਉਹ ਪਹਿਨਦਾ ਹੈ ਬੜੇ ਸੋਹਣੇ ਵਸਤਰ ਕੀਮਤੀ, ਤਾਂ ਉਸ ਦਾ ਪਹਿਨਣਾ ਇਸ ਤਰ੍ਹਾਂ ਹੈ। ਕਿਉਂਕਿ ਕਈ ਵਾਰੀ ਕੁਝ ਅਮੀਰ ਬੰਦਿਆਂ ਦੇ ਕੁੱਤੇ ਹੁੰਦੇ ਨੇ, ਤੁਸੀਂ ਵੇਖ ਜੇ ਠੰਡ ਵਿੱਚ ਘੁੰਮਣਾ ਉਹਦੇ ਵਾਸਤੇ ਗਰਮ ਵਸਤਰ ਨੇ, ਸਾਰਾ ਪ੍ਰਬੰਧ ਉਹਦੇ ਵਾਸਤੇ ਏਸੀ ਹੈ, ਹੀਟ ਦਿੱਤੀ ਗਈ ਉਸ ਕੁੱਤੇ ਨੂੰ, ਉਹਦੀਆਂ ਦਵਾਈਆਂ ਪਈਆਂ ਹੋਈਆਂ ਨੇ, ਬਿਮਾਰ ਹੁੰਦਾ ਤੇ ਸਾਰੇ ਪ੍ਰਬੰਧ ਨੇ। ਸਤਿਗੁਰੂ ਕਹਿੰਦੇ, ਤੂੰ ਕਹਿ ਦੇਣਾ ਕਈ ਵਾਰੀ ਬੜੀ ਮੌਜ ਬਣੀ ਹੋਈ ਹੈ, ਲੋੜ ਪੈ ਤੇ ਦਵਾਈ ਵੀ ਮਿਲ ਜਾਂਦੀ ਹੈ, ਕੱਪੜੇ ਚੰਗੇ ਨੇ ਪਾਉਣ ਨੂੰ, ਗੱਡੀ ਘੁੰਮਣ ਨੂੰ ਮਿਲੀ ਹੋਈ ਹੈ, ਏਸੀ ਹੈ, ਹੀਟ ਦਿੱਤੀ ਹੋਈ, ਸਾਰਾ ਕੁਝ, ਬਸ ਬੜੀ ਕਿਰਪਾ ਹੈ। ਕਹਿਣ ਲੱਗੇ, ਕਿਰਪਾ ਉਸ ਕੁੱਤੇ ਤੇ ਵੀ ਹੈ ਤੇ ਤੇਰੇ ਤੇ ਵੀ ਹੈ।
ਉਹਦੇ ਵਿੱਚ ਤੇ ਤੇਰੇ ਵਿੱਚ ਫਰਕ ਕੀ ਹੈ। ਜੈਸੇ ਸ਼ੂਕਰ ਸੁਆਨ ਨਾਨਕ ਮਾਨੋ ਤਾਹੇ ਤਨ। ਅਗਲੇ 45 ਨੰਬਰ ਸ਼ਲੋਕ ਦੇ ਵਿੱਚ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੂਕਰ ਦੀ ਹੀ ਉਦਾਹਰਨ ਦਿੱਤੀ ਹੈ, ਪਰ ਉੱਥੇ ਅਰਥ ਤਬਦੀਲ ਹੋ ਗਏ ਹਨ। ਸੁਆਮੀ ਕੋ ਗ੍ਰਹਿਓ ਜਿਉ ਸਦਾ ਸੁਆਨ ਤਜਤ ਨਹੀਂ ਨਿਤ। ਹੈ ਉਹੀ ਕੂਕਰ। ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦੀ ਉਦਾਹਰਨ ਦੋ ਪ੍ਰਕਾਰ ਨਾਲ ਆਈ ਹੈ, ਇੱਕ ਪਾਸੇ ਨੈਗੇਟਿਵ, ਦੂਸਰੇ ਪਾਸੇ ਪੋਜ਼ਿਟਿਵ। ਕੂਕਰ ਦੇ ਜਿੱਥੇ ਅਵਗੁਣ ਬਹੁਤ ਥਾਵਾਂ ਤੇ ਗਿਣੇ ਨੇ, ਇਸ ਪੰਕਤੀ ਦੇ ਵਿੱਚ ਕੂਕਰ ਬਿਰਤੀ ਦੁਆਰਾ ਭਗਤੀ ਕਰਨ ਦੀ ਜੁਗਤ ਦੱਸੀ ਗਈ ਹੈ। ਆਪਾਂ ਕਈ ਵਾਰੀ ਕਹਿੰਦੇ ਜੁਗਤ ਦੱਸੋ ਕਿਹੜੀ, ਤੇ ਜੁਗਤਾਂ ਦੇ ਚੱਕਰ ਵਿੱਚ ਫਸ ਕੇ ਕਈਆਂ ਕੋਲ ਘੁੰਮਦੇ ਫਿਰਦੇ ਨੇ ਲੋਕ। ਜੁਗਤ ਕੀ? ਜੁਗਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਗੁਰਬਾਣੀ ਦੇ ਵਿੱਚ ਜੁਗਤ ਹੈ। ਪਰ ਸਾਨੂੰ ਇਹ ਜਿਹੜੀ ਜੁਗਤ, ਜਿਹੜੀ ਸੰਪੂਰਨ ਹੈ, ਜਿਹੜੀ ਸਾਨੂੰ ਤਬਦੀਲ ਕਰੇਗੀ, ਸਾਨੂੰ ਬਦਲੇਗੀ, ਸਾਡੇ ਹੰਕਾਰ ਤੇ ਚੋਟ ਮਾਰੇਗੀ, ਉਹ ਜੁਗਤ ਸਾਨੂੰ ਕਿੱਥੇ ਮਾਫਕ ਆਉਂਦੀ ਹੈ। ਸਾਨੂੰ ਤੇ ਉਹ ਜੁਗਤਾਂ ਚੰਗੀਆਂ ਨੇ ਜਿਹੜੀ ਸੁਭਾਅ ਨੂੰ ਕੁਝ ਨਾ ਕਵੇ, ਸਾਡੇ ਮਨ ਤੇ ਚੋਟ ਨਾ ਮਾਰੇ, ਸਰੀਰ ਸਿੱਧਾ ਕਰ ਲਾਂਗੇ। ਉਸ ਤਰ੍ਹਾਂ ਬਿਰਤੀ ਲਾ ਲਾਂਗੇ ਵੀ ਇੱਥੋਂ ਗਰਦਨ ਤੋਂ ਸਿੱਧੀ ਰੀੜ ਵਾਲੀ ਹੱਡੀ ਸਿੱਧੀ ਹੋਣੀ ਚਾਹੀਦੀ। ਇਹ ਤੇ ਸਰੀਰ ਦਾ ਕੰਮ ਸੀ, ਕੰਮ ਦੇ ਸਕਦਾ, ਮਾੜਾ ਨਹੀਂ। ਕੋਈ ਵਿਅਕਤੀ ਠੀਕ ਤਰ੍ਹਾਂ ਨਾਲ ਆਸਨ ਬਵੇ, ਚੰਗੀ ਗੱਲ ਹੈ, ਮਾੜੀ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਵੀ ਆਸਨ ਦੇ ਨਾਲ ਨਹੀਂ ਬਹਿਣਾ ਚਾਹੀਦਾ, ਠੀਕ ਆਸਨ ਕਰਨਾ ਚਾਹੀਦਾ। ਪ੍ਰਭ ਕੈ ਸਿਮਰਨ ਨਿਹਚਲ ਆਸਨ। ਆਸਨ ਬੈਠਣਾ ਠੀਕ ਹੋਣਾ ਚਾਹੀਦਾ, ਵਿਅਕਤੀ ਦੀ ਬੈਠਕ ਠੀਕ ਹੋਣੀ ਚਾਹੀਦੀ ਹੈ। ਪੂਰੀ ਤਰ੍ਹਾਂ ਉਹ ਸਰੀਰ ਨੂੰ ਉਸੇ ਤਰ੍ਹਾਂ ਸਤਰਕ ਕਰੇ, ਸਾਵਧਾਨ ਕਰੇ। ਪਰ ਇਹ ਤਾਂ ਕੇਵਲ ਇੰਨਾ ਕੁ ਹੈ, ਜਿਵੇਂ ਕਿਤੇ ਖੇਡਾਂ ਹੋਣੀਆਂ ਹੋਣ ਤੇ ਤੁਸੀਂ ਉਹਦੇ ਗਰਾਊਂਡ ਨੂੰ ਠੀਕ ਕਰ ਰਹੇ ਹੋ, ਗਰਾਊਂਡ ਨੂੰ ਸੁਆਰਾ ਕਰ ਦਿੱਤਾ ਵੀ ਇੱਥੇ ਗੇਮ ਖੇਡੀ ਜਾਣੀ ਹੈ, ਟੋਏ ਟਿੱਬੇ ਠੀਕ ਕਰ ਦਿਓ। ਜਦੋਂ ਇੱਥੇ ਖੇਡਾਂ ਹੋਣਗੀਆਂ ਕਿਤੇ ਠੇਡੇ ਨਾ ਲੱਗਣ ਖਿਡਾਰੀਆਂ ਨੂੰ, ਉਹ ਤੇ ਗਰਾਊਂਡ ਸੁਆਰਾ ਕਰਨਾ ਸੀ ਵੀ ਸਰੀਰ ਨੂੰ ਇਸ਼ਨਾਨ ਕਰ ਲਿਆ ਆਦਮੀ ਨੇ, ਸਿੱਧਾ ਹੋ ਕੇ ਬੈਠ ਗਿਆ, ਥੱਲੇ ਕੱਪੜਾ ਵਿਛਾ ਲਿਆ, ਅੱਖਾਂ ਬੰਦ ਕਰ ਲਈਆਂ, ਜੋ ਵੀ ਸਰੀਰ ਦੇ ਸਾਰੇ ਆਸਨ ਨੇ ਉਹ ਕੀਤੇ। ਪਰ ਉਹਨੂੰ ਅਸੀਂ ਕਹਿ ਦਿੱਤਾ ਵੀ ਇਹ ਬਸ ਜੁਗਤੀ ਮਿਲ ਗਈ ਜੀ। ਜੁਗਤੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਰ ਲਿਖੀ ਹੋਈ ਹੈ। ਉਹ ਜੁਗਤੀ ਹੈ ਹੰਕਾਰ ਛੱਡਣ ਦੀਆਂ ਜੁਗਤੀਆਂ ਨੇ। ਉਹ ਜੁਗਤੀਆਂ ਨੇ ਬੰਦੇ ਦੀ ਹਉਮੈ ਨੂੰ, ਹੰਕਾਰ ਨੂੰ ਚੋਟ ਮਾਰਦੀਆਂ ਨੇ। ਤੇ ਗੁਰੂ ਸਾਹਿਬ ਕਹਿੰਦੇ ਨਾਨਕ ਇਹ ਵਿਦ ਹਰ ਭਜੋ। ਵਿਦ ਦਾ ਅਰਥ ਹੈ ਵਿਧੀ, ਵਿਦ ਦੇ ਅੱਖਰੀ ਅਰਥ ਬਣਦੇ ਨੇ ਵਿਧੀ। ਇਸ ਵਿਧੀ ਨਾਲ ਵਾਹਿਗੁਰੂ ਦਾ ਸਿਮਰਨ ਕਰੋ। ਇਸ ਸ਼ਲੋਕ ਦੇ ਵਿੱਚ ਵਿਧੀ ਦੱਸੀ ਗਈ ਹੈ। ਇੱਕ ਮਨ ਹੋਏ, ਇੱਕ ਚਿੱਤ। ਮਨ ਨੂੰ ਇਕਾਗਰ ਕਰਕੇ, ਚਿੱਤ ਨੂੰ ਇਕਾਗਰ ਇੱਕੋ ਕਰਕੇ। ਹੁਣ ਇੱਕ ਚਿੱਤ ਕੀ ਹੁੰਦਾ ਹੈ? ਇੱਕ ਮਨ ਇੱਕ ਚਿੱਤ ਕੀ ਚੀਜ਼ ਹੈ? ਇਹ ਕੀ ਹੈ ਇੱਕ ਮਨ ਇੱਕ ਚਿੱਤ? ਕਿ ਇੱਧਰੋਂ ਪੂਰੀ ਤਰ੍ਹਾਂ ਨੂੜ ਕੇ ਅੱਖਾਂ ਬੰਦ ਕਰਕੇ ਇੱਕ ਮਨ ਇੱਕ ਚਿੱਤ ਹੋ ਗਿਆ। ਇੱਕ ਮਨ ਦਾ ਅਰਥ ਹੈ ਕਿ ਸਾਬਤ ਮਨ, ਕਿ ਸਾਡਾ ਸਾਰਾ ਮਨ ਉਸ ਪਰਮਾਤਮਾ ਨੂੰ ਚਾਹੁੰਦਾ ਹੈ ਜਿਸ ਨੂੰ ਅਸੀਂ ਜਪ ਰਹੇ ਹਾਂ। ਇਹਨੂੰ ਕਹਿੰਦੇ ਨੇ ਪੂਰਾ ਮਨ ਦੇ ਨਾਲ, ਸਾਬਤ ਮਨ ਦੇ ਨਾਲ ਵਿਅਕਤੀ ਨਾਮ ਜਪ ਰਿਹਾ। ਤੇ ਜੇ ਇੱਧਰੋਂ ਨਾਮ ਜਪ ਰਿਹਾ, ਪਰਮਾਤਮਾ ਸਾਹਮਣੇ ਆ ਗਿਆ, ਅਸੀਂ ਦਰਵਾਜ਼ਾ ਬੰਦ ਕਰ ਲੈਣਾ ਵੀ ਤੁਹਾਨੂੰ ਕਿੰਨੇ ਬੁਲਾਇਆ ਸੀ। ਜੋ ਕਹੇਗਾ ਵੀ ਤੁਸੀਂ ਜਪ ਰਹੇ ਸੀ ਤੇ ਅਸੀਂ ਉਹਨੂੰ ਇਨਕਾਰ ਕਰ ਦਿਆਂਗੇ। ਕਿਉਂਕਿ ਜੇ ਉਹ ਸਾਡੇ ਜੀਵਨ ਵਿੱਚ ਆ ਗਿਆ ਤੇ ਸਾਡੇ ਸਾਰੀ ਚੀਜ਼ਾਂ ਬਦਲ ਜਾਣੀਆਂ ਨੇ। ਪੁਰਾਣੀਆਂ ਬਣਾਈਆਂ ਹੋਈਆਂ ਧਾਰਨਾਵਾਂ, ਆਦਤਾਂ, ਹੰਕਾਰ, ਸਾਡੀ ਤ੍ਰਿਸ਼ਨਾ, ਵੈਰ ਵਿਰੋਧ, ਈਰਖਾ, ਨਿੰਦਿਆ, ਇਹ ਸਾਰੀ ਟੁੱਟ ਜਾਏਗੀ ਉਹਦੇ ਆਉਣ ਨਾਲ। ਤੇ ਇਹ ਅਸੀਂ ਛੱਡਣਾ ਨਹੀਂ ਚਾਹੁੰਦੇ, ਜਪੀ ਜਾਂਦੇ ਹਾਂ ਬਸ, ਉਸ ਨੂੰ ਨਹੀਂ ਅੰਦਰ ਲਿਆਉਣਾ ਚਾਹੁੰਦੇ। ਇਹ ਇੱਕ ਤਰੀਕਾ ਹੈ, ਇੱਕ ਢੰਗ ਹੈ। ਗੁਰੂ ਸਾਹਿਬ ਕਹਿੰਦੇ ਇੱਕ ਚਿੱਤ ਦੇ ਅਰਥ ਕੀ ਨੇ? ਕਬੀਰ ਸਾਹਿਬ ਉਸ ਨੂੰ ਉਚਾਰਨ ਕਰਦੇ ਨੇ ਆਪਣੇ ਸ਼ਲੋਕਾਂ ਦੇ ਵਿੱਚ। ਕਹਿਣ ਲੱਗੇ ਜਾਂ ਕੀ ਦਿਲ ਸਾਬਤ ਨਹੀਂ, ਸਾਬਤ ਦਿਲ। ਅੱਧਾ ਮਨ ਇੱਧਰ ਅੱਧਾ ਉੱਧਰ।
ਜੇ ਸਾਬਤ, ਬਸ ਗੁਰੂ ਸਾਹਿਬ ਇਸੇ ਗੱਲ ਤੇ ਬਹੁਤਾ ਜ਼ੋਰ ਦਿੰਦੇ ਕਿ ਤੂੰ ਜਿਸ ਕਾਰਜ ਨੂੰ ਕਰਨ ਵਾਸਤੇ ਜਾ ਰਿਹਾ ਹੈ, ਭਾਵੇਂ ਉਹ ਕੁਝ ਵੀ ਹੈ ਧਰਮ ਦਾ ਕੰਮ, ਤੇਰਾ ਪੂਰਾ ਮਨ ਉਸ ਦਾਤ ਨੂੰ ਪ੍ਰਾਪਤ ਕਰਨ ਲਈ ਰਾਜੀ ਵੀ ਹੋਇਆ ਕਿ ਨਹੀਂ। ਇਸ ਲਈ ਪ੍ਰਾਪਤ ਕਰਨ ਵਿੱਚ ਕੋਈ ਦੇਰੀ ਨਹੀਂ। ਪਰਮਾਤਮਾ ਦੀ ਪ੍ਰਾਪਤੀ ਵਿੱਚ ਦੇਰੀ ਨਹੀਂ ਲੱਗਦੀ। ਦੇਰੀ ਲੱਗਦੀ ਹੈ ਬੰਦੇ ਨੂੰ ਆਪਣਾ ਮਨ ਪੂਰਾ ਤਿਆਰ ਕਰਨ ਵਿੱਚ। ਇਹ ਜਿੰਨੇ ਪਾਠ, ਜਪ ਤਪ, ਸਿਮਰਨ, ਅਭਿਆਸ, ਸੇਵਾਵਾਂ ਨੇ, ਇਹਨਾਂ ਨਾਲ ਪਰਮਾਤਮਾ ਨਹੀਂ ਮਿਲਦਾ। ਇਹਨਾਂ ਦੇ ਨਾਲ ਮਨ ਤਿਆਰ ਹੁੰਦਾ ਹੈ ਵਿਅਕਤੀ ਦਾ, ਉਸ ਤੱਕ ਜਾਣ ਵਾਸਤੇ ਸਹਿਮਤ ਹੁੰਦਾ ਹੈ। ਉਹਦੇ ਤੋਂ ਪਹਿਲਾਂ ਸਹਿਮਤ ਨਹੀਂ ਹੁੰਦਾ ਪੂਰੀ ਤਰ੍ਹਾਂ। ਤੇ ਜਿੱਦਣ 100% ਮਨ ਪੂਰੀ ਤਰ੍ਹਾਂ ਸਹਿਮਤ ਹੋ ਗਿਆ, ਉਦਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ ਕਿ ਕਿੰਨਾ ਚਿਰ ਲੱਗਦਾ। ਤੁਸੀਂ ਵੀ ਤਾਂ ਸੁਣਿਆ ਕਿ ਹੇਮਕੁੰਡ ਪਰਬਤ ਤੇ ਭਗਤੀ ਕਰਦੇ ਰਹੇ ਹੋ। ਤੇ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਚਿੱਤ ਹੋ ਕੇ ਆਦਮੀ ਇੱਕ ਪਲ ਵਿੱਚ ਪ੍ਰਾਪਤੀ ਕਰ ਲੈਂਦਾ ਹੈ, ਇੱਕੋ ਪਲ ਬਸ। ਸ਼ਾਇਦ ਇਸ ਸੂਈ ਨੂੰ ਜੋ ਸੈਕਿੰਡ ਵਾਲੀ ਹੈ, ਇਹਨੂੰ ਤਾਂ ਦੇਰ ਲੱਗੇਗੀ ਦੂਸਰੇ ਥਾਂ ਤੇ ਜਾਂਦੇ, ਉਹ ਵਿਅਕਤੀ ਪਹਿਲਾਂ ਮਿਲ ਪਏਗਾ। ਏਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਇੱਕੋ ਹੀ ਪਲ ਲੱਗੇਗਾ, ਫਿਰ ਤੁਸੀਂ ਇੰਨੇ ਸਾਲ ਕਿਉਂ ਲਾਏ। ਫਿਰ ਗੁਰੂ ਤੇਗ ਬਹਾਦਰ ਸਾਹਿਬ 26 ਸਾਲ ਕਿਉਂ ਲਾ ਕੇ ਦੱਸਦੇ ਨੇ। ਇਹ ਕਾਹਦੇ ਲਈ ਨੇ? ਪਰਮਾਤਮਾ ਨੂੰ ਮਿਲਣ ਲਈ ਨੇ। ਉਹਨੂੰ ਮਿਲਣ ਲੱਗਿਆ 26 ਸਾਲ ਨਹੀਂ ਲੱਗਦੇ, ਉਸ ਨੂੰ ਮਿਲਣ ਲੱਗਿਆ ਇੱਕੋ ਪਲ ਲੱਗਦਾ ਹੈ। ਪਰ ਇਸ ਮਨ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਇਹਦੀ ਸੰਪੂਰਨ ਤਿਆਰੀ ਵਾਸਤੇ 26 ਜਨਮ ਵੀ ਲੱਗ ਸਕਦੇ ਨੇ, ਜਾਂ ਉਦੋਂ ਵੀ ਨਹੀਂ ਹੋ ਸਕਦਾ। ਮਨ ਪੂਰਾ ਅੱਜ ਤਿਆਰ ਹੋ ਜਾਏ ਤੇ ਅੱਜ ਹੀ ਮਿਲਾਪ, ਨਾ ਤਿਆਰ ਹੋਵੇ ਤੇ ਕਦੀ ਵੀ ਨਹੀਂ। ਇਸ ਕਰਕੇ ਸਾਰੀਆਂ ਸਾਧਨਾਵਾਂ, ਮੁਸ਼ੱਕਤਾਂ ਕਿਉਂ ਕਰੀਦੀਆਂ ਨੇ ਧਰਮ ਦੀਆਂ? ਕਿਉਂਕਿ ਗੁਰਬਾਣੀ ਵਿੱਚ ਦੋਵੇਂ ਚੀਜ਼ਾਂ ਆਈਆਂ ਨੇ। ਤੇਰੇ ਯਤਨ ਨਾਲ ਨਹੀਂ ਮਿਲਣਾ, ਫਿਰ ਕਹਿੰਦੇ ਨੇ ਯਤਨ ਕਰ। ਜਗ ਜੀਵਨ ਜੁਗਤ ਨਾ ਮਿਲੈ ਕਾਏ। ਇਹਦੇ ਵਿੱਚ ਇੱਕ ਜੁਗਤ ਦੱਸੀ ਹੈ ਕਿ ਉਹ ਜੁਗਤੀ ਨਾਲ ਨਹੀਂ ਮਿਲਦਾ, ਉਹ ਜ਼ੋਰ ਨਾਲ ਨਹੀਂ ਮਿਲਦਾ। ਫਿਰ ਇਹ ਸਾਰੀਆਂ ਹੁਕਮ ਕਿਉਂ ਦਿੰਦੇ ਨੇ ਗੁਰੂ ਸਾਹਿਬ ਵੀ ਯਤਨ ਕਰੋ। ਧਰਮ ਦੇ ਮਾਰਗ ਤੇ ਅਵੇਸਲੇ ਨਹੀਂ ਹੋਣਾ ਚਾਹੀਦਾ, ਆਲਸੀ ਨਹੀਂ ਹੋਣਾ ਚਾਹੀਦਾ। ਇਹ ਤਾਂ ਕਹਿੰਦੇ ਨੇ ਵੀ ਜਿੰਨੇ ਯਤਨ ਅਸੀਂ ਕਰਾਂਗੇ ਉਤਨਾ ਸਾਡਾ ਮਨ ਸਹਿਮਤ ਹੋ ਜਾਏਗਾ ਸਹਿਜੇ ਸਹਿਜੇ। ਤੇ ਜਿੱਦਣ ਮਨ ਸਹਿਮਤ ਹੋ ਗਿਆ, ਉਸ ਦਿਨ ਫਰੀਦ ਜੀ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ। ਅੱਜ ਹੀ ਮਿਲਾਪ ਹੋ ਜਾਏਗਾ, ਕੱਲ ਤੇ ਗੱਲ ਨਹੀਂ ਹੈ। ਮਿਲਾਪ ਜਦੋਂ ਵੀ ਕਿਸੇ ਦਾ ਹੋਇਆ ਅੱਜ ਹੀ ਹੋਇਆ, ਕੱਲ ਤੇ ਹੋਇਆ ਹੀ ਨਹੀਂ। ਤੇ ਜਿੱਦਣ ਬੰਦਾ ਪੂਰਾ ਤਿਆਰ ਹੋ ਜਾਏਗਾ, ਉਸੇ ਦਿਨ ਉਹਨੂੰ ਧਰਮ ਦੀ ਪ੍ਰਾਪਤੀ ਹੈ। ਜਿੰਨਾ ਚਿਰ ਇਹਦਾ ਡਬਲ ਮਾਈਂਡ ਹੈ, ਡਬਲ ਹੋਵੇ ਤੇ ਚਲੋ ਦੋ ਟੁਕੜੇ ਤੇ ਫਿਰ ਵੀ ਕੋਈ ਬਹੁਤੇ ਨਹੀਂ, ਟੁਕੜੇ ਬਹੁਤੇ ਹੀ ਹੋ ਗਏ ਨੇ। ਬਿਰਤੀਆਂ ਬਹੁਤ ਸਾਰੀਆਂ ਨੇ। ਖਿੰਨ ਖਿੰਨ ਪਲ ਪਲ ਬਾਅਦ ਵਿਅਕਤੀ ਦਾ ਮਨ ਰੂਪ ਬਦਲਦਾ ਜਾਂਦਾ ਹੈ, ਫੈਸਲੇ ਬਦਲਦਾ ਜਾਂਦਾ ਹੈ। ਇੰਨੀਆਂ ਬਿਰਤੀਆਂ ਨੇ ਅੰਦਰ ਕਿ ਉਹਨਾਂ ਵਿੱਚ ਇਹਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਚਾਹੀਦਾ ਕੀ ਹੈ, ਮੈਂ ਕੀ ਚਾਹੁੰਦਾ, ਇਹਦੇ ਬਾਰੇ ਜਾਣਦਾ ਹੀ ਨਹੀਂ। ਤਾਂ ਜਿੰਨੇ ਇਹ ਮਨ ਦੇ ਟੁਕੜੇ ਹੁੰਦੇ ਨੇ, ਉਤਨੀ ਹੀ ਦੇਰ ਜ਼ਿਆਦਾ ਲੱਗਦੀ। ਜਿੰਨਾ ਮਨ ਇਕਾਗਰ ਇੱਕ ਚਿੱਤ ਹੁੰਦਾ ਜਾਂਦਾ, ਇੱਕ ਪਾਸੇ ਤੁਰਨ ਲੱਗ ਪੈਂਦਾ, ਤਾਂ ਇਹਦਾ ਇੱਕ ਬਹੁਤ ਵਧੀਆ ਅਭਿਆਸ ਸਾਧਕਾਂ ਨੇ ਜਿਹਦੇ ਉੱਤੇ ਕੰਮ ਕੀਤਾ ਕਿ ਬੰਦੇ ਦਾ ਮਨ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਕ ਮਨ ਹੋਏ ਇੱਕ ਚਿੱਤ। ਇਹ ਕਿਵੇਂ ਮਿਲੇ? ਮਨ ਇੱਕ ਕਿਵੇਂ ਹੋਵੇ, ਚਿੱਤ ਇੱਕ ਕਿਵੇਂ ਹੋਵੇ? ਕੀ ਤਰੀਕਾ? ਇਹਦਾ ਤਰੀਕਾ ਸਿਆਣਿਆਂ ਨੇ ਦੱਸਿਆ, ਇੱਕ ਵਕਤ ਇੱਕ ਕੰਮ ਕਰੋ। ਮਨ ਨੂੰ ਇਕਾਗਰ ਕਰਨ ਦਾ ਤਰੀਕਾ ਹੈ ਕਿ ਇੱਕ ਟਾਈਮ ਇੱਕ ਹੀ ਕੰਮ ਕਰੋ। ਜਿਵੇਂ ਤੁਸੀਂ ਪ੍ਰਸ਼ਾਦਾ ਛਕਦੇ ਹੋ ਤਾਂ ਧਿਆਨ ਰੱਖੋ ਕਿ ਪ੍ਰਸ਼ਾਦਾ ਜੋ 10 ਮਿੰਟ ਵਿੱਚ ਛਕਣਾ ਹੈ, ਉਦੋਂ ਸਿਰਫ ਪ੍ਰਸ਼ਾਦਾ ਛਕੋ, ਹੋਰ ਨਾ ਕੁਝ ਕਰੋ ਕਿ ਇੱਧਰ ਗਰਾਈ ਮੂੰਹ ਵਿੱਚ ਪਾਈ ਕਿ ਉਧਰ ਕਿਸੇ ਦੁਕਾਨ ਵਿੱਚ ਜਾ ਵੜੇ ਖਿਆਲਾਂ ਦੇ ਨਾਲ। ਇੱਧਰ ਪ੍ਰਸ਼ਾਦਾ ਛਕਿਆ ਕਿ ਧਿਆਨ ਹੋਰ ਕਿਤੇ ਨਿਕਲਾ ਗਿਆ।
ਕਿੰਨੇ ਕੰਮ ਕਰਦਾ ਬੰਦਾ ਪ੍ਰਸ਼ਾਦਾ। ਜੇ ਕੋਈ ਵਿਅਕਤੀ ਪ੍ਰਸ਼ਾਦਾ ਇੱਕ ਮਨ ਹੋ ਕੇ ਛਕਿਆ, ਪ੍ਰਸ਼ਾਦਾ ਹੀ ਉਹਦਾ ਸਿਮਰਨ ਬਣ ਜਾਂਦਾ ਹੈ, ਕਿਉਂਕਿ ਧਿਆਨ ਇਕਾਗਰ ਹੋ ਗਿਆ ਇੱਕੋ ਥਾਂ। ਪ੍ਰਸ਼ਾਦਾ ਛਕਣ ਦਾ ਹੁਣ ਤੇ ਪ੍ਰਸ਼ਾਦਾ ਵਿਅਕਤੀ ਨੇ ਕਾਹਦਾ ਛਕਣਾ ਹੈ। ਬਹੁਤੇ ਤਾਂ ਲੋਕ ਕਹਿੰਦੇ ਵੀ ਬੜੀ ਕਿਰਪਾ ਹੋ ਗਈ, ਕੰਮ ਬਹੁਤ ਵੱਧ ਗਿਆ, ਕਹਿੰਦੇ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ। ਉਹ ਵੀ ਕਹਿੰਦੇ ਗਰਾਈ ਮੂੰਹ ਵਿੱਚ ਹੁੰਦੀ ਹੈ, ਇੱਕ ਕੰਨ ਨੂੰ ਇੱਧਰ ਫੋਨ ਉੱਧਰੋਂ ਬੋਲੀ ਜਾਂਦਾ, ਗਰਾਈਆਂ ਮੂੰਹ ਵਿੱਚੋਂ ਧਰਤੀ ਤੇ ਡਿੱਗੀ ਜਾਂਦੀਆਂ ਨੇ। ਪਾਗਲ ਨਾਲੋਂ ਘੱਟ ਕੀ ਹੈ ਕਿ ਉਸਨੇ ਰੋਟੀ ਖਾਣੀ, ਕਹਿੰਦਾ ਰੋਟੀ ਖਾਣ ਦਾ ਟਾਈਮ ਹੀ ਨਹੀਂ ਹੈ, ਤੇ ਸਾਰਾ ਦਿਨ ਕੰਮ ਕਾਹਦੇ ਵਾਸਤੇ ਕਰਨਾ ਹੈ। ਜੇ ਉਹਨੇ ਟਿਕ ਕੇ ਪ੍ਰਸ਼ਾਦਾ ਵੀ ਨਹੀਂ ਇੱਕ ਛਕਣਾ, ਤਾਂ ਜਿਸ ਵਿਅਕਤੀ ਨੇ ਮਨ ਨੂੰ ਇੱਕ ਮਨ ਇੱਕ ਚਿੱਤ ਕਰਨਾ ਤਾਂ ਉਹ ਪ੍ਰਸ਼ਾਦਾ ਇੱਕ ਧਿਆਨ ਹੋ ਕੇ ਛਕੇ। ਸਭ ਤੋਂ ਗਹਿਰੀ ਪ੍ਰਕਿਰਿਆ ਹੈ ਜੀਵਨ ਦੀ ਪ੍ਰਸ਼ਾਦਾ ਧਿਆਨ ਸਥਿਤ ਹੋ ਕੇ ਛਕਣਾ, ਕਿਉਂਕਿ ਉਸ ਖਾਧੇ ਹੋਏ ਪ੍ਰਸ਼ਾਦੇ ਨੇ ਮਨ ਤੇ ਪੂਰਾ ਅਸਰ ਕਰਨਾ। ਜਿਵੇਂ ਉਹ ਛਕੇਗਾ ਉਸ ਟਾਈਮ ਤੇ ਪ੍ਰਭਾਵ ਪਾਉਣਾ। ਮਨ ਇਕਾਗਰ ਹੋਣਾ ਚਾਹੀਦਾ। ਹੁਣ ਦਾ ਤੇ ਜਿਹੜਾ ਸਿਸਟਮ ਹੈ, ਹੁਣ ਤੇ ਤਰੀਕਾ ਹੀ ਪ੍ਰਸ਼ਾਦਾ ਛਕਣ ਤਾਂ ਇਕਾਗਰ ਨਹੀਂ ਹੋ ਸਕਦਾ। ਤੁਸੀਂ ਸੁਣਿਆ ਹੋਵੇਗਾ ਇੱਕ ਬਾਲਮੀਕੀ ਭੋਜਨ ਹੁੰਦਾ ਹੈ, ਬਾਲਮੀਕੀ ਭੋਜਨ। ਪਾਂਡਵਾਂ ਨੇ ਯੱਗ ਕੀਤਾ ਸੀ, ਕਹਾਣੀ ਹੈ, ਤੇ ਕ੍ਰਿਸ਼ਨ ਜੀ ਨੇ ਕਿਹਾ ਯੱਗ ਕਰਾਓ। ਉਹਨਾਂ ਕਿਹਾ ਵੀ ਯੱਗ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ, ਨਿਸ਼ਾਨੀ ਕੀ? ਇੱਕ ਸੰਖ ਟੰਗ ਦਿੱਤਾ, ਕਹਿੰਦੇ ਆਪੇ ਵੱਜ ਜਾਏਗਾ, ਇਹ ਨਿਸ਼ਾਨੀ ਹੈ। ਉਹਨਾਂ ਸਾਰੇ ਪੰਡਿਤ ਬ੍ਰਾਹਮਣ ਸੱਦੇ, ਸਾਰਿਆਂ ਨੂੰ ਭੋਜਨ, ਸਭ ਵੇਦ ਪੜ੍ਹੇ ਗਏ, ਯੱਗ ਪੂਰਾ ਹੋ ਗਿਆ, ਸੰਖ ਨਹੀਂ ਵੱਜਾ। ਫਿਰ ਗਏ ਕ੍ਰਿਸ਼ਨ ਜੀ ਕੋਲ, ਕਹਿਣ ਲੱਗੇ ਸੰਖ ਨਹੀਂ ਵੱਜਾ। ਕਹਿੰਦੇ ਤੁਸੀਂ ਕਿਸੇ ਸਾਧੂ ਨੂੰ ਬੁਲਾਓ ਜਿਹੜਾ ਜੁੜਿਆ ਹੋਵੇ। ਕਹਿੰਦੇ ਸਾਰੇ ਸਾਧੂ ਆ ਗਏ ਸਨ। ਕਹਿੰਦੇ ਨਹੀਂ, ਬਾਹਰ ਇੱਕ ਬਾਲਮੀਕੀ ਹੈ, ਉਹਨੂੰ ਬੁਲਾਓ, ਜਿਹਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਉਹਨੂੰ ਬੁਲਾਓ, ਉਹਨੂੰ ਭੋਜਨ ਛਕਾਓ। ਬਾਲਮੀਕੀ ਕੋਲ ਗਏ ਵੀ ਹੁਣ ਸੰਖ ਨਹੀਂ ਵੱਜਦਾ, ਪੂਰਾ ਨਹੀਂ ਹੁੰਦਾ ਯੱਗ। ਉਹਨਾਂ ਨੇ ਕਿਹਾ ਵੀ ਚਲੋ ਆਉਂਦੇ ਅਸੀਂ ਛਕਾਂਗੇ। ਜਾ ਕੇ ਬੈਠ ਗਏ। ਪਾਂਡਵਾਂ ਨੇ ਦ੍ਰੋਪਦੀ ਨੂੰ ਕਿਹਾ ਵੀ ਤੂੰ ਪ੍ਰਸ਼ਾਦਾ ਛਕਾ ਦੇ, ਤੇ ਉਹਨੇ ਪ੍ਰਸ਼ਾਦਾ ਛਕਾਉਣਾ ਸ਼ੁਰੂ ਕੀਤਾ। ਦ੍ਰੋਪਦੀ ਦਾ ਇੱਕ ਸੁਭਾਅ ਸੀ ਕਿ ਉਹ ਹਰ ਇੱਕ ਕੰਮ ਵਿੱਚ ਬੰਦੇ ਨੂੰ ਮਖੌਲ ਕਰਦੀ ਸੀ। ਉਹਦਾ ਸੁਭਾਅ ਇਸ ਤਰ੍ਹਾਂ ਦਾ ਸੀ। ਉਹਦੇ ਇੱਕ ਮਖੌਲ ਤੋਂ ਹੀ ਮਹਾਂਭਾਰਤ ਦਾ ਯੁੱਧ ਹੋਇਆ ਸੀ। ਭਾਵੇਂ ਇਸ ਤਰ੍ਹਾਂ ਹੋਣਾ ਸੀ, ਉਹ ਗੱਲ ਵੱਖਰੀ ਹੈ, ਇੱਕ ਸ਼ਬਦ ਤੋਂ ਯੁੱਧ ਹੋਇਆ ਸੀ। ਜਦੋਂ ਬਾਲਮੀਕੀ ਨੂੰ ਭੋਜਨ ਉਹਨੇ ਅੱਗੇ ਰੱਖਿਆ ਨਾ ਥਾਲੀ ਵਿੱਚ, ਤੇ ਅਮੀਰ ਬੰਦਿਆਂ ਦਾ ਭੋਜਨ, ਹੁਣ ਕਈ ਸਬਜ਼ੀਆਂ, ਕਈ ਕੁਝ, ਹੁਣ ਤਾਂ ਚੀਜ਼ਾਂ ਹੀ ਐਸੀਆਂ ਨੇ ਬੰਦੇ ਨੂੰ ਪੁੱਛਣਾ ਪੈਂਦਾ ਹੈ ਕੀ, ਰੂਪ ਬਦਲ ਦਿੱਤੇ ਜਾਂਦੇ ਨੇ ਸਾਰੀਆਂ ਚੀਜ਼ਾਂ ਦੇ। ਉਹ 5-7 ਕੌਲ ਸਨ, ਤੇ ਬਾਲਮੀਕੀ ਜੀ ਵਹਿੰਦੇ ਨੇ ਵੀ ਇਹ ਭੋਜਨ। ਉਹਨਾਂ ਦੀ ਆਦਤ ਸੀ ਜਦੋਂ ਭੋਜਨ ਛਕਦੇ ਸਨ ਉਹਨਾਂ ਦਾ ਧਿਆਨ ਲੱਗ ਜਾਂਦਾ ਸੀ, ਇਕਾਗਰਤਾ ਹੋ ਜਾਂਦੀ ਸੀ। ਭੋਜਨ ਖਾਈ ਜਾਂਦੇ ਸਨ, ਅੰਦਰ ਸਿਮਰਨ ਹੁੰਦਾ ਰਹਿੰਦਾ ਸੀ। ਤਾਂ ਜਦੋਂ ਉਹਨਾਂ ਨੇ ਵੇਖਿਆ, ਉਹਨਾਂ ਨੇ ਕਿਹਾ ਇੱਕ ਵੱਡਾ ਬਰਤਨ ਲਿਆਓ। ਵੱਡਾ ਬਰਤਨ ਲਿਆਂਦਾ। ਜਿੰਨੀਆਂ ਕੌਲ ਸਨ, 5-6-7 ਪ੍ਰਕਾਰ ਦੇ ਪਦਾਰਥ ਸਾਰੇ ਇੱਕੋ ਵਿੱਚ ਪਾ ਦਿੱਤੇ, ਇੱਕੋ ਵਿੱਚ ਖਾਣ ਲੱਗ ਪਏ। ਤੇ ਦ੍ਰੋਪਦੀ ਜਿਹੜੀ ਪਿੱਛੇ ਹੋ ਕੇ ਥੋੜ੍ਹੀ ਜਿਹੀ ਹੱਸ ਪਈ ਵੀ ਵੇਖੋ ਇਹਨਾਂ ਨੂੰ ਖਾਣ ਦੀ ਵੀ ਜਾਚ ਨਹੀਂ ਹੈ। ਇਹ ਜਿਹੜੀ ਸਾਧੂ ਜਮਾਤ ਇਸ ਬ੍ਰਹਿਮੰਡ ਦੇ ਸਾਰੇ ਨਿਯਮਾਂ ਤੋਂ ਬਾਹਰ ਹੈ। ਖਿਆਲ ਰੱਖਣਾ, ਨਿਯਮ ਲਾਗੂ ਨਹੀਂ ਹੁੰਦੇ। ਜਦੋਂ ਖਾ ਰਹੇ ਸਨ ਉਹਨਾਂ ਦਾ ਧਿਆਨ ਲੱਗ ਗਿਆ। ਧਿਆਨ ਦੇ ਵਿੱਚ ਅਸੀਸ ਨਿਕਲੀ, ਸੰਖ ਵੱਜ ਤੇ ਗਿਆ, ਪਰ ਖੁੱਲ੍ਹ ਕੇ ਨਹੀਂ ਵੱਜਾ ਪੂਰਾ, ਥੋੜ੍ਹਾ ਜਿਹਾ ਵੱਜ ਕੇ ਬੰਦ ਹੋ ਗਿਆ। ਬਾਲਮੀਕੀ ਚਲੇ ਗਏ। ਪਰਤ ਕੇ ਪੁੱਛਿਆ ਸੰਖ ਪੂਰਾ ਨਹੀਂ ਵੱਜਾ? ਕਹਿੰਦੇ ਦ੍ਰੋਪਦੀ ਨੂੰ ਪੁੱਛੋ ਜਿਹਨੇ ਭੋਜਨ ਛਕਾਇਆ। ਉਹਨੇ ਕਿਹਾ ਵੀ ਇਹ ਸਾਰਾ ਭੋਜਨ ਇੱਕ ਥਾਂ ਤੇ ਬਾਲਮੀਕੀ ਨੇ ਇਸ ਧਿਆਨ ਦੇ ਸੂਤਰ ਬਾਰੇ ਕਿਹਾ, ਜਿਹੜਾ ਵਿਅਕਤੀ ਭੋਜਨ ਛਕਣ ਵੇਲੇ ਕਈ ਥਾਵਾਂ ਤੇ ਧਿਆਨ ਰੱਖਦਾ ਹੈ, ਉਸ ਦਾ ਧਿਆਨ ਕਦੀ ਇਕਾਗਰ ਨਹੀਂ ਹੋਵੇਗਾ। ਇਸ ਕਰਕੇ ਮੈਂ ਇੱਕ ਭਾਂਡੇ ਦੀ ਵਰਤੋਂ ਕੀਤੀ, ਇੱਕ ਬਰਤਨ ਤੇ। ਉਹ ਇਸ ਬੇਸ਼ਕੀਮਤੀ ਧਿਆਨ ਨੂੰ ਕਦੀ ਟੁੱਟਣਾ ਨਹੀਂ ਦੇਣਾ ਚਾਹੁੰਦੇ। ਜਿਹੜੀਆਂ ਚੀਜ਼ਾਂ ਤੋੜਦੀਆਂ ਉਹਨੂੰ ਪਾਸੇ ਕਰ ਦਿੰਦੇ। ਇਸ ਲਈ ਉਹਨੂੰ ਬਾਲਮੀਕੀ ਭੋਜਨ ਕਹਿੰਦੇ। ਇੱਕ ਟਾਈਮ ਤੇ ਇੱਕ ਹੀ ਕੰਮ ਕਰਨਾ। ਜਦੋਂ ਭੋਜਨ ਛਕਣਾ ਉਦੋਂ ਭੋਜਨ ਹੀ ਛਕਣਾ, ਤੇ ਜਦੋਂ ਵਿਅਕਤੀ ਇੱਕ ਕੰਮ ਨੂੰ ਇੱਕ ਟਾਈਮ ਕਰੇਗਾ, ਮਨ ਦੀ ਜਿਹੜੀ ਤਾਕਤ ਤੇ ਵੱਧਦੀ ਜਾਏਗੀ ਇਕਾਗਰ ਹੋਣ ਦੀ।
ਜੇ ਉਹਨੇ ਪਾਣੀ ਪੀਣਾ ਤੇ ਪਾਣੀ ਪੀਵੇਗਾ। ਜਦੋਂ ਗੱਡੀ ਚਲਾਉਣੀ ਹੈ ਗੱਡੀ ਹੀ ਚਲਾਏਗਾ। ਜਦੋਂ ਜਾਗਣਾ ਹੈ ਉਹ ਪੂਰਾ ਜਾਗੇਗਾ। ਜਦੋਂ ਨੀਂਦ ਲੈਣੀ ਹੈ ਪੂਰਾ ਸੌਵੇਗਾ। ਜਦੋਂ ਉਸਨੇ ਕਿਸੇ ਨਾਲ ਗੱਲ ਕਰਨੀ ਉਹ ਚੰਗੀ ਤਰ੍ਹਾਂ ਕਰੇਗਾ। ਜਦੋਂ ਚੁੱਪ ਕਰੇਗਾ ਬਿਲਕੁਲ ਕਰ ਜਾਏਗਾ। ਹਰ ਇੱਕ ਕੰਮ ਨੂੰ ਇੱਕ ਟਾਈਮ ਤੇ ਕਰੇਗਾ। ਪਰ ਸਾਡੇ ਤੇ ਹੁਣ ਕੰਮ ਹੀ ਇਕੱਠੇ ਹੋ ਗਏ। ਸਵੇਰੇ ਉੱਠਦੇ ਹੁਣ ਅਸੀਂ ਸਿੱਖ ਵੀ ਬਣਨਾ, ਦਾਤਨ ਵੀ ਕਰਨੀ ਹੈ। ਇੱਕ ਪਾਸੇ ਮੂੰਹ ਵਿੱਚ ਦਾਤਨ ਪਾਈਏ, ਦੂਜੇ ਹੱਥ ਨਾਲ ਅਖਬਾਰ ਪੜ੍ਹੀ ਜਾਂਦੇ ਨੇ, ਵਿੱਚ ਸਤਿਨਾਮ ਵਾਹਿਗੁਰੂ ਵੀ ਬੋਲ ਲਿਆ। ਸਭ ਕੁਝ ਕਰ ਦਿੱਤਾ ਤੇ ਕੁਝ ਵੀ ਨਹੀਂ ਹੋਇਆ। ਇਸ ਕਰਕੇ ਇੱਕ ਵਕਤ ਇੱਕ ਕੰਮ, ਤੇ ਜਿਹੜਾ ਵਿਅਕਤੀ ਸੰਸਾਰ ਦੇ ਕੰਮ ਇੱਕ ਵਕਤ ਇੱਕੋ ਹੀ ਕੰਮ ਕਰੇਗਾ, ਉਹ ਜਦੋਂ ਬਾਣੀ ਪੜ੍ਹੇਗਾ ਤੇ ਮਨ ਆਪਣੇ ਆਪ ਇੱਕ ਕੰਮ ਤੇ ਖੜਾ ਹੋ ਜਾਏਗਾ। ਇਕਾਗਰਤਾ ਦੀ ਸ਼ਕਤੀ ਵੱਧਦੀ ਜਾਏਗੀ। ਇਸ ਕਰਕੇ ਇਸ ਵਕਤ ਵਿੱਚ ਜੋ ਹੁਣ ਜਾ ਰਿਹਾ ਹੈ, ਇਹਦੇ ਵਿੱਚ ਵਿਅਕਤੀ ਦਾ ਮਨ ਇਕਾਗਰ ਹੋ ਜਾਏ। ਮੈਂ ਬੇਨਤੀ ਕਰਾਂ, ਜਿੰਨਾ ਝੂਠ ਬੋਲ ਲਈਏ ਘੱਟ ਇਕਾਗਰ ਨਹੀਂ ਹੋ ਸਕਦਾ। ਸਾਧਨ ਹੀ ਨਹੀਂ ਹਨ। ਇੰਨਾ ਉਹਦਾ ਮਨ ਖਿੱਲਰ ਚੁੱਕਾ ਹੈ, ਇੰਨੇ ਸਾਧਨ ਮਿਲ ਗਏ ਨੇ, ਕਿਉਂ ਇਕਾਗਰ ਕਿਵੇਂ ਹੋਵੇਗਾ ਚੌਵਾਂ ਪਾਸੇ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਜੁਗਤ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੇ ਤੂੰ ਭਗਤੀ ਕਰਨੀ ਹੈ ਤੇ ਘਰ ਵਿੱਚ ਰੱਖੇ ਹੋਏ ਕੁੱਤੇ ਤੋਂ ਸਿੱਖ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਆਪਣੇ ਮਾਲਕ ਦਾ ਦਰਵਾਜ਼ਾ ਜਿਵੇਂ ਇੱਕ ਕੁੱਤਾ ਸਦਾ ਹੀ ਤਿਆਗਦਾ ਨਹੀਂ। ਕਿਵੇਂ ਨਹੀਂ ਤਿਆਗਦਾ? ਭਾਵੇਂ ਉਸ ਦਾ ਮਾਲਕ ਉਹਨੂੰ ਠੇਡੇ ਮਾਰ ਦੇਵੇ। ਕਈ ਵਾਰੀ ਬੰਦਾ ਬਾਹਰੋਂ ਆਉਂਦਾ ਕ੍ਰੋਧ ਵਿੱਚ, ਅੱਗੋਂ ਕੁੱਤਾ ਮਿਲ ਗਿਆ, ਬਾਹਰੋਂ ਕਿਸੇ ਨਾਲ ਝਗੜ ਕੇ ਆਇਆ ਸੀ, ਲੜ ਕੇ ਆਇਆ ਸੀ, ਤੇ ਅੰਦਰ ਕ੍ਰੋਧ ਹੁਣ ਕੱਢੇ ਕਿਹਦੇ ਉੱਤੇ? ਬਾਹਰੋਂ ਲੜ ਕੇ ਆਇਆ, ਤੇ ਜੇ ਘਰ ਗਿਆ ਤੇ ਅੱਗੇ ਵੀ ਪ੍ਰੋਗਰਾਮ ਤਕੜਾ, ਉੱਥੇ ਵੀ ਨਹੀਂ ਕਹਿ ਸਕਦਾ। ਉਹ ਵਿੱਚ ਵਿਚਾਰਾ ਕੁੱਤਾ, ਜਦੋਂ ਬੰਦਾ ਮਾਲਕ ਬਾਹਰੋਂ ਆਉਂਦਾ ਤੇ ਕੁੱਤਾ ਪੂਛ ਫੇਰਦਾ ਪਿਆਰ ਨਾਲ ਵੀ ਬਾਹਰੋਂ ਆਇਆ, ਉਹ ਗੁੱਸੇ ਵਿੱਚ ਆ ਕੇ ਉਹਨੂੰ ਮਾਰ ਦਿੰਦਾ ਹੈ। ਕ੍ਰੋਧ ਵਿੱਚ ਆ ਕੇ ਉਹ ਥੋੜ੍ਹਾ ਜਿਹਾ ਨਿਰਾਸ਼ ਜਿਹਾ ਹੋ ਕੇ ਪਾਸੇ ਬੈਠ ਜਾਂਦਾ ਹੈ, ਪਰ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਪਰਤ ਕੇ ਫਿਰ ਉਹਦੇ ਵੱਲ ਇੱਕ ਗਰੀਬ ਨਜ਼ਰ ਨਾਲ ਵੇਖਦਾ ਹੈ, ਆਪਣੇ ਮਾਲਕ ਵੱਲ। ਇਸ ਤਰ੍ਹਾਂ ਕਹਿ ਰਹੇ ਨੇ ਕਿ ਜੇ ਤੂੰ ਆਪਣੇ ਗੁਰੂ ਨਾਲ ਪਿਆਰ ਕਰਨਾ ਤੇ ਕੂਕਰ ਤੋਂ ਸਿੱਖ। ਤੇਰਾ ਗੁਰੂ ਤੈਨੂੰ ਪਿਆਰ ਕਰੇ ਤਾਂ ਵੀ ਉਹਦਾ ਦਰ ਨਾ ਛੱਡ। ਪਰ ਕੋਈ ਵਕਤ ਐਸਾ ਆ ਜਾਏ, ਉਹ ਚਾਰ ਸ਼ਬਦ ਕੌੜੇ ਬੋਲ ਦੇਵੇ, ਥੋੜ੍ਹਾ ਜਿਹਾ ਪਾਸਾ ਵੱਟ ਜੀ, ਪਰਤ ਕੇ ਦਰ ਨਾ ਛੱਡੀ, ਫਿਰ ਆ ਜੀ ਉੱਥੇ, ਉਹਦੇ ਕੋਲ ਫਿਰ ਟਿਕ ਜਾਈ ਆ ਕੇ। ਇਸ ਤਰ੍ਹਾਂ ਦੀ ਭਗਤੀ, ਇਸ ਤਰ੍ਹਾਂ ਦੀ ਬੰਦਗੀ, ਵਫਾਦਾਰੀ, ਯਾਨੀ ਕਿ ਨਿਰੰਤਰ ਇੱਕ ਰਸ, ਉਹ ਹੀ ਗਹਿਰੇ ਵਿਸ਼ਵਾਸ ਨੂੰ ਪ੍ਰਾਪਤ ਕਰ ਸਕਦਾ ਹੈ। ਅਰਦਾਸ ਦੇ ਨਿਯਮ ਨੂੰ ਪਾਲ ਸਕਦਾ ਹੈ ਕਿ ਜੋ ਆਪਣਾ ਸਾਰਾ ਕੁਝ ਗੁਰੂ ਦੇ ਹੱਥਾਂ ਵਿੱਚ ਦੇ ਦਿੰਦਾ ਹੈ ਕਿ ਮੇਰਾ ਜਨਮ, ਜੀਵਨ, ਮੌਤ ਸਭ ਤੇਰੇ ਕੋਲ ਹੈ। ਜੋ ਤੂੰ ਕਰੇਗਾ ਉਹ ਪ੍ਰਵਾਨ ਹੈ, ਜਿਵੇਂ ਰੱਖੇਗਾ ਉਵੇਂ ਹੀ ਠੀਕ ਹੈ। ਇਹਨੂੰ ਕਹਿੰਦੇ ਨੇ ਕੂਕਰ ਬ੍ਰਿਤੀ ਦੁਆਰਾ ਭਗਤੀ ਕਰਨੀ, ਉਹਦੇ ਦਰ ਤੇ ਸਦਾ ਹੀ ਟਿਕੇ ਰਹਿਣਾ, ਉਹਦੇ ਵਿੱਚ ਆਸਥਾ ਰੱਖਣੀ, ਪ੍ਰੇਮ ਰੱਖਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸੁਆਮੀ ਕੋ ਗ੍ਰਹਿ ਜਿਉ ਸਦਾ। ਆਪਣੇ ਸੁਆਮੀ ਦਾ ਗ੍ਰਹਿ ਘਰ ਜਿਵੇਂ ਸਦਾ ਹੀ। ਸਵਾਨ ਤਜਤ ਨਹਿ ਨਿਤ, ਕੁੱਤਾ ਨਿਤ ਨਹੀਂ ਤਿਆਗਦਾ। ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਹੇ ਭਾਈ, ਪਰਮਾਤਮਾ ਦੀ ਬੰਦਗੀ ਇਸ ਤਰ੍ਹਾਂ ਕਰ, ਉਹਦੇ ਦਰ ਤੇ ਸਦਾ ਹੀ ਟਿਕ ਜਾ, ਉਹਦੇ ਦਰ ਦਾ ਵਫਾਦਾਰ, ਉਹਦੇ ਪ੍ਰੇਮ ਵਿੱਚ ਟਿਕਿਆ ਰਹੋ। ਇਹਨਾਂ ਦੋ ਸ਼ਲੋਕਾਂ ਦੀ ਵਿਚਾਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਵਿਚਾਰਾਂ ਸਾਡੇ ਮਨ ਵਿੱਚ ਵਸਣ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।